उत्पत्ति की किताब और ओदा 40 अध्याय सॉरी 41 अध्याय उत्पत्ति की किताब ओदा 41 अध्याय और उन्होंने शुरू तो पढ़ते हैं। ਇਹਦੀਆਂ ਪਹਿਲੀਆਂ 8 ਆਇਤਾਂ पढ़ते हैं। ਤਾਂ ਇਉਂ ਹੋਇਆ कि पूरे 2 ਵਰੇ ਦੇ ਅੰਤ ਵਿੱਚ ਫਿਰੌਨ ਨੇ ਸੁਪਨਾ ਦਿੱਤਾ ਤਾਂ ਵੇਖੋ ਉਹ ਦਰਿਆ ਕੋਲ ਖਲੋਤਾ ਸੀ ਔਰ ਵੇਖੋ ਦਰਿਆ ਵਿੱਚੋਂ 7 ਗਾਈਆਂ ਜਿਹੜੀਆਂ ਮੋਟੀਆਂ ਜਿਹੜੀਆਂ ਸੋਹਣੀਆਂ ਅਤੇ ਸਰੀਰ ਦੀਆਂ ਮੋਟੀਆਂ ਸਨ ਨਿਕਲੀਆਂ ਅਤੇ ਸ਼ੰਭ ਵਿੱਚ ਚੁਗਣ ਲੱਗ ਪਈਆਂ। ਤਾਂ ਵੇਖੋ ਉਹਨਾਂ ਦੇ ਮਗਰੋਂ 7 ਗਾਈਆਂ ਹੋਰ ਜਿਹੜੀਆਂ ਸੋਹਣੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ ਦਰਿਆ ਵਿੱਚੋਂ ਨਿਕਲੀਆਂ ਔਰ ਦਰਿਆ ਦੇ ਪੱਤਨ ਉੱਤੇ ਉਹਨਾਂ ਗਾਈਆਂ ਕੋਲ ਖਲੋ ਗਈਆਂ। ਤਾਂ ਕਸੋਣੀਆਂ ਔਰ ਲਿੱਸੀਆਂ ਗਾਈਆਂ ਨੇ ਉਹਨਾਂ 7 ਸੋਹਣੀਆਂ ਅਤੇ ਮੋਟੀਆਂ ਗਾਈਆਂ ਨੂੰ ਨਿਗਲ ਲਿਆ। ਤਾਂ ਫਿਰੌਨ ਜਾਗ ਉੱਠਿਆ, ਉਹ ਫੇਰ ਸੌਂ ਗਿਆ ਔਰ ਦੂਜੀ ਵਾਰ ਸੁਪਨਾ ਡਿੱਠਾ ਔਰ ਵੇਖੋ ਮੋਟੇ ਅਤੇ ਚੰਗੇ 7 ਮੋਟੇ ਇੱਕ ਨਾੜ 7 ਸਿੱਟੇ ਇੱਕ ਨਾੜ ਵਿੱਚੋਂ ਨਿਕਲੇ ਅਤੇ ਵੇਖੋ ਉਹਦੇ ਮਗਰੋਂ 7 ਸਿੱਟੇ ਪਤਲੇ ਅਤੇ ਪੁਰੇ ਦੀ ਹਵਾ ਦੇ ਝੁਲਸੇ ਹੋਏ ਫੁੱਟ ਪਏ ਅਤੇ ਉਹ ਪਤਲੇ ਸਿੱਟੇ ਉਹਨਾਂ 7 ਮੋਟਿਆਂ ਔਰ ਭਰਿਆਂ ਹੋਇਆਂ ਨੂੰ ਨਿਗਲ ਗਏ। ਤਾਂ ਫਿਰੌਨ ਜਾਗ ਉੱਠਿਆ ਤਾਂ ਵੇਖੋ ਇਹ ਸੁਪਨਾ ਸੀ। ਤਾਂ ਇਉਂ ਹੋਇਆ ਕਿ ਸਵੇਰੇ ਹੀ ਉਹਦਾ ਆਤਮਾ ਘਾਬਰ ਗਿਆ। ਤਾਂ ਉਸਨੇ ਮਿਸਰ ਦੇ ਸਾਰੇ ਜਾਦੂਗਰ ਔਰ ਸਾਰੇ ਸਿਆਣੇ ਸੱਦ ਘੱਲੇ। ਤਾਂ ਫਿਰੌਨ ਨੇ ਉਹਨਾਂ ਨੂੰ ਆਪਣਾ ਸੁਪਨਾ ਦੱਸਿਆ ਤਾਂ ਕੋਈ ਵੀ ਉਹਨਾਂ ਨੂੰ ਉਸ ਦਾ ਅਰਥ ਦੱਸ ਸਕਿਆ। प्रभु की आशीष उसके पढ़े गए वचन ते हुए आमीन। और छोटी प्रार्थना करते हैं। प्यारे खुदावन प्रभु यीशु मसीह, कि असी सारे ही अंत समय दे विश्वासी हाँ। आमीन। और अंत समय का जिहड़ा विश्वासी है जो अंत समय का विश्वासी है वो मिशनां दी भीड़ नालों जो मिशनां दे अंदर जो गतिविधियां होंदियां ने वो उन्हां नालों थोड़ा जिहा वखरा चलदा है। थोड़ा जिहा की कहूँगा पूरा ही वखरा चलदा है। और उहदा उन्हां चीज़ां तो चर्च कलीसियावां संगठनां इन्हां दी गतिविधियां की है? इन्हां दी गतिविधियां ने चर्च जाना, गीत गाने, प्रभु दा प्रभु नूं देना और कदी कदी अपने घर सेवक नूं बुलाउणा। ये चर्चां दा जीवन है। पर खुदा ने सानू इस तो उपर दा एक लैवल, इस तो उपर दा एक जीवन जीण वास्ते सद्या है। आमीन। जेकर अज असी सिर्फ एक चर्च मैंबर हाँ और जानी कई लोग इस गल च बड़ा खुश होंदे ने कि मैं लगातार चर्च जा रहा हाँ। नबी ने कहा 2 गल्लां ने, एक है कलीसिया का मैंबर होना और दूसरा है दुल्हन का अंग होना। आमीन। और नबी ने बड़ा साफ साफ दसिया कि जदों कोई बंदा तोबा करता है उस तो बाद वो प्रभु यीशु मसीह के नाम बपतिस्मा लेंदा है, उदों वो एक चर्च का मैंबर बनता है। सिर्फ एक चर्च का मैंबर बनता है। और नबी ने जदों उन्होंने सवाल पूछा गया कि चर्च का मैंबर कौन है, फिर उन्हें जवाब दिता चर्च का मैंबर वो है जिहड़ा लगातार संगति करता है ते अपना पूरा हिस्सा जिहड़ा है वो प्रभु नूं दिंदा है।
ਉਹਨੇ ਕਿਹਾ ਇਹ ਚਰਚ ਮੈਂਬਰ ਹੈ। ਪਰ ਚਰਚ ਮੈਂਬਰ ਦੇ ਅੰਦਰ ਔਰ ਕਲੀਸਿਆ ਦੇ ਦੇਹੀ ਦੇ ਅੰਗ ਬਣ ਚ ਇੱਕ ਬਹੁਤ ਵੱਡਾ ਫਰਕ ਹੈ। ਜਦੋਂ ਕੋਈ ਵਿਅਕਤੀ, ਨਬੀ ਨੇ ਕਿਹਾ ਜਦੋਂ ਕੋਈ ਵਿਅਕਤੀ ਪਾਣੀ ਦਾ ਬਪਤਿਸਮਾ ਲੈਂਦਾ ਹੈ ਉਦੋਂ ਉਹ ਚਰਚ ਦਾ ਮੈਂਬਰ ਬਣਦਾ ਹੈ। ਪਰ ਜਦੋਂ ਉਹ ਪਵਿੱਤਰ ਆਤਮਾ ਦਾ ਬਪਤਿਸਮਾ ਲੈਂਦਾ ਹੈ ਉਦੋਂ ਉਹ ਕਲੀਸਿਆ, ਉਦੋਂ ਉਹ ਚਰਚ, ਉਦੋਂ ਕਲੀਸਿਆ ਦਾ ਮੈਂਬਰ, ਉਦੋਂ ਤੋਂ ਉੱਪਰ ਉੱਠਦਾ ਹੈ, ਉਦੋਂ ਦੇਹੀ ਦਾ ਅੰਗ ਬਣਦਾ ਹੈ। ਆਮੀਨ। ਔਰ ਪੌਲਸ ਨੇ ਇਹ ਨਹੀਂ ਕਿਹਾ ਕਿ ਅਸੀਂ ਸਾਰਿਆਂ ਨੇ ਇੱਕੋ ਹੀ ਪਾਣੀ 'ਚ ਬਪਤਿਸਮਾ ਲਿਆ ਹੈ। ਉਹਨੇ ਕਿਹਾ ਅਸੀਂ ਸਾਰਿਆਂ ਨੂੰ ਇੱਕੋ ਹੀ ਆਤਮਾ ਪਿਲਾਇਆ ਗਿਆ ਹੈ ਔਰ ਸਾਰਿਆਂ ਦਾ ਬਪਤਿਸਮਾ ਜਿਹੜਾ ਹੈ ਇੱਕੋ ਹੀ ਆਤਮਾ ਦੇ ਰਾਹੀਂ ਹੋਇਆ ਹੈ। ਕਿਉਂਕਿ ਜਦ ਤੱਕ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਆਉਂਦਾ ਤਦ ਤੱਕ ਅਸੀਂ ਦੇਹੀ ਦੇ ਅੰਗ ਨਹੀਂ ਬਣਦੇ। ਔਰ ਜਦੋਂ ਤੁਸੀਂ ਦੇਹੀ ਦੇ ਅੰਗ ਬਣਦੇ ਹੋ ਫਿਰ ਅਸੀਂ ਕਿਸੇ ਵੀ ਪਾਰਟੀਕਲਰ ਜਾਂ ਕਿਸੇ ਵੀ ਵਿਸ਼ੇਸ਼ ਇੱਕ ਚਰਚ ਦੇ ਅਸੀਂ ਮੈਂਬਰ ਨਹੀਂ ਬਣਦੇ। ਫਿਰ ਅਸੀਂ ਉਸ ਦੇਹੀ ਦੇ ਅੰਗ ਬਣ ਜਾਂਦੇ ਆ ਜਿਹੜੀ 35 ਕੁਸਤ ਦੇ ਦਿਨ, ਆਮੀਨ, ਮਸੀਹ ਦੇ ਆਤਮਾ ਦੇ ਦੁਆਰਾ ਇਸ ਧਰਤੀ ਦੇ ਉੱਤੇ ਜੋੜੀ ਗਈ। ਅਸਲ ਦੇ ਵਿੱਚ ਸਾਨੂੰ ਉਸ ਕਲੀਸਿਆ ਦੇ ਅੰਗ ਬਣਨ ਦੇ ਲਈ ਸੱਦਿਆ ਗਿਆ ਹੈ। ਆਮੀਨ। ਚਰਚ ਮੰਨ ਲਓ ਇੱਕ ਜੰਗਲ ਵਾਂਗੂ ਇੱਕ ਰਸਤਾ ਹੈ ਜਿਹਦੇ ਵਿੱਚੋਂ ਦੀ ਲੰਘ ਕੇ ਉਸ ਜਗ੍ਹਾ ਤੇ ਜਾਣਾ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਚਰਚ ਨੂੰ ਆਪਾਂ ਬਾਈਪਾਸ ਕਰ ਦੇਣਾ ਹੈ। ਨੋ, ਚਰਚ ਨੂੰ ਬਾਈਪਾਸ ਨਹੀਂ ਕੀਤਾ ਜਾ ਸਕਦਾ। ਜਿਵੇਂ ਲਾਲ ਸਮੁੰਦਰ ਔਰ ਜਿਹੜਾ ਜੰਗਲ ਦਾ ਸਫ਼ਰ ਹੈ ਉਹਨੂੰ ਜਿੱਦਾਂ ਅਸੀਂ ਬਾਈਪਾਸ ਨਹੀਂ ਕਰ ਸਕਦੇ, ਮੂਸਾ ਨੇ ਬਾਈਪਾਸ ਨਹੀਂ ਕੀਤਾ, ਕਿਉਂਕਿ ਪਰ ਇੰਪੋਰਟੈਂਟ ਗੱਲ ਇਹ ਹੈ, ਖਾਸ ਗੱਲ ਇਹ ਹੈ ਕਿ ਉਸ ਰਸਤੇ ਦੇ ਅੰਦਰ ਹੀ, ਆਮੀਨ, ਜਿਹੜਾ ਕਿ ਰਾਹ ਹੈ ਉਹਦੇ ਅੰਦਰ ਹੀ ਤੈਅ ਹੁੰਦਾ ਹੈ ਕਿ ਕਨਾਨ ਚ ਕਿਹੜਾ ਜਾਏਗਾ। ਆਮੀਨ। ਔਰ ਇਹ ਜੰਗਲ ਤੈਅ ਕਰਦਾ ਹੈ, ਜੰਗਲ ਦਾ ਸਫ਼ਰ ਤੈਅ ਕਰਦਾ ਹੈ ਕਿ ਵਾਅਦਾ ਸ਼ੁਦਾ ਧਰਤੀ ਦੇ ਵਿੱਚ ਕਿਹੜਾ ਜਾਏਗਾ। ਕਿਉਂਕਿ ਇਹ ਜਿਹੜਾ ਕਲੀਸਿਆ ਦਾ ਰੂਟ ਹੈ ਬੜਾ ਸੌਖਾ ਜਿਹਾ ਨਹੀਂਗਾ, ਇਹ ਬਹੁਤ ਔਖਾ ਰੂਟ ਹੈ। ਇਹ ਬਹੁਤ ਔਖਾ ਰੂਟ ਹੈ, ਪਰ ਇਹ ਮੰਜ਼ਿਲ ਨਹੀਂ ਹੈ। ਇਹ ਮੈਂ ਦੱਸਦਾ ਕਿ ਅੱਜ ਕੋਈ ਬੰਦਾ ਤੋਬਾ ਕਰ ਲੇ, ਬਪਤਿਸਮਾ ਦਾ ਲੈ ਲੇ ਪ੍ਰਭੂ ਯੀਸ਼ੂ ਮਸੀਹ ਦੇ ਨਾਂ 'ਚ ਔਰ ਆਪਣਾ ਹਿੱਸਾ ਪ੍ਰਭੂ ਨੂੰ ਦੇ ਰਿਹਾ ਹੈ, ਬਹੁਤ ਚੰਗੀ ਗੱਲ ਹੈ, ਪਰ ਇਹ ਮੰਜ਼ਿਲ ਨਹੀਂ ਹੈ। ਇਹ ਸਿਰਫ ਕੁਝ ਅਜੇ ਸਫ਼ਰ ਦਾ ਇੱਕ ਹਿੱਸਾ ਹੈ ਜਿਹੜਾ ਕਿ ਚੱਲਿਆ ਜਾ ਰਿਹਾ ਹੈ। ਪਰ ਖੁਦਾ ਨੇ ਕਿਹਾ ਕਿ ਜਦੋਂ ਨਬੀ ਨੇ ਕਿਹਾ, ਉਹਨੇ ਕਿਹਾ ਜਦੋਂ ਕੋਈ ਬੰਦਾ ਦੇਹੀ ਦਾ ਅੰਗ ਬਣਦਾ ਹੈ, ਆਮੀਨ, ਫਿਰ ਉਹਨੂੰ ਆਪਣਾ ਸਥਾਨ ਸਮਝ ਚਾਹੁੰਦਾ ਹੈ। ਆਮੀਨ। ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਮੇਰਾ ਸਥਾਨ ਹੈ ਔਰ ਮੈਂ ਇਸ ਸਥਾਨ ਦੇ ਉੱਤੇ ਰਹਿਣਾ ਹੈ। ਔਰ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਇੱਥੇ ਕਰਨਾ ਕੀ ਹੈ। ਆਮੀਨ। ਔਰ ਪਵਿੱਤਰ ਆਤਮਾ ਕਾਹਦੇ ਲਈ ਆਇਆ? ਇਸ ਲਈ ਆਇਆ ਤਾਂ ਕਿ ਹਰੇਕ ਵਿੱਚੋਂ ਸਾਨੂੰ ਕੀ ਦਿਖਾਵੇ? ਸਾਡਾ ਸਥਾਨ ਦਿਖਾਵੇ। ਆਮੀਨ। ਯਹੋਸ਼ੂਆ ਕਾਹਦੇ ਲਈ ਭੇਜਿਆ ਗਿਆ? ਤਾਂ ਕਿ ਉਹਨਾਂ ਵਿੱਚੋਂ ਹਰੇਕ ਨੂੰ ਆਪਣਾ ਸਥਾਨ ਦਿਖਾਵੇ। ਪਰ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਉਹਨੂੰ ਯਹੋਸ਼ੂਆ ਨੇ ਉਹਨਾਂ ਨੂੰ ਸਥਾਨ ਦਿਖਾ ਦਿੱਤਾ, ਉਸ ਸਥਾਨ ਦੇ ਲਈ ਉਹਨਾਂ ਨੂੰ ਲੜਨਾ ਪਿਆ। ਆਮੀਨ। ਔਰ ਉਹਨਾਂ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਲੜਨਾ ਪਿਆ। ਖਾਸ ਗੱਲ ਇਹ ਸੀ ਕਿ ਉਹ ਸਾਰੇ 12 ਦੇ 12 ਗੋਤਰ ਇੱਕ ਹੋ ਕੇ ਲੜ ਰਹੇ ਸੀ। ਆਮੀਨ। ਇੱਕ ਹੋ ਕੇ ਲੜ ਰਹੇ ਸੀ। ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ ਫਿਰ ਸਾਰੇ ਲੋਕ, ਸਾਰਾ ਚਰਚ, ਸਾਰੀ ਕਲੀਸਿਆ ਇੱਕ ਹੋ ਕੇ ਕੰਮ ਕਰਦੀ ਹੈ। ਆਮੀਨ। ਫਿਰ ਉਹਨਾਂ ਦਾ ਇੱਕ ਸਾਡਾ ਉਦੇਸ਼ ਹੁੰਦਾ ਹੈ। ਪਰ ਇਸ ਜਗ੍ਹਾ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਅਸੀਂ ਪੜ੍ਹੀਆਂ ਨੇ, ਇਹ ਸਾਰਾ ਕੁਝ ਅਸੀਂ ਇਸ ਲਈ ਪੜ੍ਹ ਰਹੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਲੀਸਿਆ ਤੋਂ, ਕਲੀਸਿਆ ਦੇ ਮੈਂਬਰ ਤੋਂ ਉੱਪਰ ਉੱਠ ਕੇ ਅਸੀਂ ਦੇਹੀ ਦੇ ਅੰਗ ਬਣਨਾ ਹੈ। ਆਮੀਨ। ਕਿਉਂਕਿ ਖੁਦਾ ਕਿਹਨੂੰ ਲੈਣ ਆ ਰਿਹਾ ਹੈ? ਕੀ ਇੱਕ ਚਰਚ ਨੂੰ? ਨਹੀਂ, ਉਸ ਚਰਚ ਨੂੰ ਜਿਹੜੀ ਚਰਚ ਤੋਂ ਅੱਗੇ ਜਾ ਕੇ ਇੱਕ ਦੇਹੀ ਦਾ ਅੰਗ ਬਣ ਜਾਂਦੀ ਹੈ। ਆਮੀਨ। ਉਹਨੂੰ ਚੁੱਕਣ ਵਾਸਤੇ ਆ ਰਿਹਾ ਹੈ। ਉਹ ਖੁਦਾ, ਉਸ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਸਾਡਾ ਪਰਮੇਸ਼ਵਰ ਉਸ ਕਲੀਸਿਆ ਨੂੰ ਲੈਣ ਆ ਰਿਹਾ ਹੈ ਜਿਹੜੀ ਦਿਸਦੀ ਕਲੀਸਿਆ ਹੈ। ਆਮੀਨ। ਜਿਹੜੀ ਦਿਸਦੀ ਕਲੀਸਿਆ ਹੈ ਪਰ ਅੰਦਰੋਂ ਉਹਦਾ ਲੈਵਲ ਜਿਹੜਾ ਬਹੁਤ ਉੱਚਾ ਹੋ ਚੁੱਕਾ ਹੈ। ਆਮੀਨ।
मैं इसलिए पूछा कि की सारे असीं एंड टाइम मैसेज दे विश्वासी हाँ, और जेकर असीं एंड टाइम मैसेज दे विश्वासी हाँ तो फिर सानू वो तरीका समझना पएगा कि तैयारी हुंदी किद्दां है। आमीन। तैयारी हुंदी किद्दां है। एक नूं पुछया तू की कर रहा, वो एक जगह मैं गया पिछे, वो की कर रहे, एक संस्था का बंदा सी, किसी मरग ते गए असीं ते वो शाम जे पई कहंदा कि भैन जी कोई जगह मिल जूगी इत्थे, मैं रोजा तोड़ना अपना। तो मैं कहा जी तुसीं मरग वाले दिन भी रोजा रखिया, कुछ गल समझ च नहीं आई। वो रोजे उतरे है ना अजकल, तो मैं कहा उतरदे का पता लगता, चढ़दे का पता नहीं लगता है। सो कहते कि बई इदा है कि वो साल बाद रोजे रखी दे ना, तो अजकल मैं भी रख दिया। मैं कहा जी ये भी तुसी हर साल रखते हो? कहते हर साल रखते हैं। तो मैं कहा जी क्यों रखते हो? कहते आत्मा की शक्ति वास्ते। मैं कहा शक्ति की लोड़ सिर्फ ऐसे भी नहीं पैंदी है कि जां बाकी साल च कोई लोड़ नहीं पैंदी? कहते नहीं बस शुरू तो रखते आ रहे हैं क्योंकि यसू मसीह ने रखे सी। वो ये कह रहे यसू मसीह ने रखे सी। मैं क्या कि यसू मसीह ने हर साल रखे? बिल्कुल नहीं। यसू मसीह ने एक साल रखे, एक वारी रखे, और उस तो बाद ओदे बाद की आउंदा है, उस तो बाद एक ओदी 3.5 साल की एक सेवकाई है, उस तो बाद ओदा सलीब चढ़ाया जाना है, और तुसी जदों ही 40 रोजे खत्म होए नाले ही उन्होंने सलीब ते चढ़ा दिंदे हो। सेवकाई का हिस्सा कित्थे गया? खत्म। और मैं क्या कि यसू मसीह ने एक बार 40 रोजे रखे और उन्हें सारी दुनिया बदल दी। आमीन। पर अफसोस ये है कि तुसी हर साल रखते हो और तुसी खुद भी नहीं बदले अजे तक। इसे करके हर साल फिर लोड़ पैंदी है। मेरा कहने का मतलब है कि कुछ लोग एवें ही तुरे हुंदे ने भी पता नहीं तैयारी करनी कादे वास्ते, करनी कादे वास्ते तैयारी। पर इत्थे असीं देखते हैं कि यूसुफ ने जदों इस फिरौन ने जदों सुपने देखे और उस तो बाद इन्हां दा अर्थ कोई दस नहीं सकिया, और यूसुफ नूं उस जगह तो बाहर लिआंदा गया जिथे कि उन्होंने तैयार किया जा रहा सी। आमीन। उन्होंने की किया जा रहा सी? उन्होंने तैयार किया जा रहा सी। ये सारा कुछ प्रभु के प्लान हेठ हो रहा सी कि ओदे भरा उन्होंने वेच देन। ये ओदे प्लान हेठ हो रहा सी कि पोतीफर दी पत्नी ओदे अगे एक फाई जिहड़ी है वो सुटे। ये प्रभु वालों हो रहा सी कि उन्होंने अगे उस कैद दे विच उन्होंने बंदी बनाया जाए, उन्होंने कैदी बनाया जाए, और ये ओदे प्लान दे हेठ हो रहा सी, प्रभु दे प्लान हेठ हो रहा सी कि जेड़ा उस जगह तो जेड़ा प्याला पियाउण वाला है ओदे दिमाग चो सारियां चीज़ां वाशआउट हो जान, सारियां चीज़ां निकल जान, कि ओदी गल कीती जावे, यूसुफ दी गल कीती जावे, क्योंकि प्रभु उन्होंने किसी चीज़ लई तैयार कर रहा सी। आमीन। और प्रभु उन्होंने पूरी तरह तैयार करके ही पेश करना चाहता सी। आमीन। क्योंकि यूसुफ की आ, यूसुफ एक कणक आ, और जदों वो अपने पिता के घर अंदर आ उदों सिर्फ एक छोटा जिहा, हाँ छोटा जिहा एक पौधा है। जदों वो पोतीफर दे घर जांदा आ उदों मान लो नाड़ दे अंदर है, और जदों वो कैद दे अंदर जांदा है उदों मान लो सिट्टियां दे विच है। उदों वो तूड़ी और दोवें कट्ठे ही आ। पर जदों वो पोतीफर दे घर जांदा है, उहदे राह च जांदा है, उदों फिर वो प्योर कर गया। आमीन। उदों फिर वो प्योर आ, और उदों बिल्कुल की है, उदों वो बिल्कुल पक चुका है और वो काम करने लिए तैयार है। आमीन। और जदों उहनूं उत्थे लिआंदा जांदा है उहदा वस्त्र बदल लिया जाता है, और ओहदा शेप, ओहदा हुलिया सारा कुछ बदल दिता जाता है, और ओहदे हथ विच एक अंगूठी पा दी जाती है, और उन्होंने वस्त्र पा दिता जाता है, ओहदे गल विच एक कैंठा पा दिता जाता है। ये की आ? ये लपालकपन। आमीन। और ये है देही का हिस्सा बनना। आमीन। ये देही का हिस्सा बनना है, और देही का हिस्सा बनने लई, और ये मैं तुहानूं दसदा कि जदों बंदा पवित्र आत्मा पाउंदा है, आमीन, उदों काम खत्म नहीं हुंदा, उदों काम शुरू हुंदा है। आमीन। जिवें असीं पिछली बारी भी शायद मैं 7 गुणा ते थोड़ी जी गल कीती सी कि यूसुफ नूं जदों वो वस्त्र पवाया गया, उस तो बाद
ਉਹਦੇ ਭਰਾ ਉਹਦੇ ਨਾਲ ਖਾਰ ਖਾਣ ਲੱਗ ਗਏ। ਉਸ ਤੋਂ ਬਾਅਦ ਉਹਦੇ ਭਰਾ ਉਹਦੇ ਨਾਲ ਦੁਸ਼ਮਣੀ ਕਰਨ ਲੱਗ ਗਏ ਔਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹਨੂੰ ਵੇਚ ਦਿੱਤਾ, ਉਹਨੂੰ ਵੇਚ ਦਿੱਤਾ ਔਰ ਉਹਨੂੰ ਜਿਹੜਾ ਉਹ ਕਈ ਰੰਗਾਂ ਦਾ ਚੋਲਾ ਜਿਹੜਾ ਉਹਨੂੰ ਪਾਇਆ ਗਿਆ। ਆਮੀਨ। ਜਿਹੜਾ ਕਿ ਮੈਸੇਜ ਦੀ ਭਾਸ਼ਾ ਦੇ ਅੰਦਰ ਜਿਹੜਾ ਕਿ 7 ਗੁਣ ਨੇ ਔਰ ਉਹ ਕਿਉਂਕਿ ਜਦੋਂ ਪਵਿੱਤਰ ਆਤਮਾ ਹੁੰਦਾ ਹੈ ਇਹ ਸਾਰੇ ਗੁਣਾਂ ਨੂੰ ਲੈ ਕੇ ਆਉਂਦਾ ਹੈ। ਆਮੀਨ। ਪਰ ਬਾਈਬਲ 'ਚ ਗੱਲ ਲਿਖੀ ਹੈ ਕਿ ਇਹ ਜੇ ਗੁਣ ਤੁਹਾਡੇ ਅੰਦਰ ਹੋਣ ਅਤੇ ਵਧਦੇ ਜਾਣ। ਆਮੀਨ। ਹੁਣ ਇਹ ਗੁਣ ਸਨ ਪਰ ਜ਼ਰੂਰੀ ਸਨ ਕਿ ਇਹ ਵਧਣ। ਆਮੀਨ। ਜ਼ਰੂਰੀ ਸੀਗਾ ਕਿ ਉਹਦੇ ਅੰਦਰ ਜਿਹੜਾ ਸੰਜਮ ਹੈ ਉਹ ਕਰੈਕਟਰ ਵਧੇ, ਉਹਦੇ ਅੰਦਰ ਜਿਹੜਾ ਧੀਰਜ ਹੈ ਉਹ ਵਧੇ, ਉਹਦੇ ਅੰਦਰ ਜਿਹੜੀ ਭਗਤੀ ਦਾ ਪ੍ਰੇਮ ਹੈ ਉਹ ਵਧੇ। ਆਮੀਨ। ਔਰ ਇਸ ਕਰਕੇ ਉਹਨੂੰ ਉਸ ਤਰੀਕੇ ਦੇ ਉਸ ਜਗ੍ਹਾ ਦੇ ਉੱਤੇ ਉਹਨੂੰ ਰੱਖਿਆ ਜਾਂਦਾ ਹੈ ਔਰ ਉਹ ਕੀ ਕਰਦਾ ਹੈ ਕਿ ਪ੍ਰਭੂ ਉਹਨੂੰ ਉਹਦੇ ਗੁਣਾਂ ਦੇ ਅੰਦਰ ਵਾਧਾ ਕਰ ਰਿਹਾ ਸੀ, ਉਹਨੂੰ ਸਬਰ ਸਿਖਾ ਰਿਹਾ ਸੀ, ਉਹਨੂੰ ਭਗਤੀ ਸਿਖਾ ਰਿਹਾ ਸੀ। ਆਮੀਨ। ਔਰ ਜਦੋਂ ਅਸੀਂ ਯੋਸਫ ਦੀ ਗੱਲ ਕਰਦੇ ਹਾਂ ਤੇ ਯੋਸਫ ਜਿਹੜਾ ਹੈ ਉਹਦੇ ਅੰਦਰ ਅਸੀਂ ਕੀ ਦੇਖਦੇ ਹਾਂ, ਸਿੱਧਤਾ। ਨਬੀ ਨੇ ਕਿਹਾ ਉਹ ਕੀ ਆ, ਉਹਦੇ ਅੰਦਰ ਸਿੱਧਤਾ ਆ। ਕਿਉਂਕਿ ਨਬੀ ਨੇ ਕਿਹਾ ਕਿ ਅਬਰਾਹਮ ਦੇ ਅੰਦਰ ਕੀ ਸੀਗੀ, ਚੋਣ। ਅਬਰਾਹਮ ਦੇ ਅੰਦਰ ਕੀ ਹੈ, ਇਲੈਕਸ਼ਨ। ਔਰ ਇਜ਼ਹਾਕ ਦੇ ਅੰਦਰ ਕੀ ਹੈ, ਧਰਮੀ ਠਹਿਰਾਏ ਜਾਣਾ, ਜਸਟੀਫਿਕੇਸ਼ਨ। ਔਰ ਯਕੂਬ ਦੇ ਅੰਦਰ ਕੀ ਹੈ, ਦਇਆ। ਔਰ ਜਦੋਂ ਇਹ ਯੋਸਫ ਦੇ ਅੰਦਰ ਹੈ, ਇਹਦਾ ਮਤਲਬ ਹੈ ਕਿ ਜਦੋਂ ਅਸੀਂ ਸਿੱਧਤਾ ਦੀ ਗੱਲ ਕਰਦੇ ਹਾਂ ਤੇ ਫਿਰ ਸਿੱਧਤਾ ਦੇ ਅੰਦਰ ਇਹ 3 ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ। ਆਮੀਨ। ਇਹਦਾ ਮਤਲਬ ਨਹੀਂ ਕਿ ਇਹ ਨਹੀਂ ਕਿ ਜੋ ਅਬਰਾਹਮ ਦੇ ਕੋਲ ਸੀਗਾ ਉਹ ਅਬਰਾਹਮ ਦੇ ਨਾਲ ਖਤਮ ਹੋ ਗਿਆ। ਨੋ, ਉਹ ਇਜ਼ਹਾਕ ਦੇ ਅੰਦਰ ਆ ਗਿਆ ਔਰ ਜਦੋਂ ਇਜ਼ਹਾਕ ਗਿਆ ਉਹ ਯੂਸਫ ਦੇ ਅੰਦਰ ਆ ਗਿਆ, ਯਕੂਬ ਦੇ ਅੰਦਰ ਆ ਗਿਆ। ਔਰ ਜਦੋਂ ਯਕੂਬ ਗਿਆ ਉਦੋਂ ਅਬਰਾਹਮ, ਇਜ਼ਹਾਕ ਔਰ ਯਕੂਬ ਇਹ ਤਿੰਨਾਂ ਦੇ ਗੁਣ ਕਿਹਦੇ ਅੰਦਰ ਆ ਗਏ, ਯੋਸਫ ਦੇ ਅੰਦਰ ਆ ਗਏ। ਆਮੀਨ। ਇਸੇ ਕਰਕੇ ਉਹ ਕੀ ਕਰ ਰਿਹਾ, ਉਹ ਧਰਮੀ ਠਹਿਰਿਆ ਰਿਹਾ। ਆਮੀਨ। ਉਹ ਅਬਰਾਹਮ ਵਾਂਗੂ ਵਿਸ਼ਵਾਸ ਦੇ ਉੱਤੇ ਟਲ ਰਿਹਾ ਕਿ ਖੁਦਾ ਨੇ ਮੈਨੂੰ ਜੋ ਦਿਖਾਇਆ ਹੈ ਇਹ ਪੂਰਾ ਹੋਵੇਗਾ। ਆਮੀਨ। ਔਰ ਉਹਨੇ ਮੈਨੂੰ ਦਿਖਾਇਆ ਹੈ ਕਿ ਮੈਂ ਰਾਜਾ ਬਣੂੰਗਾ, ਇਹ ਪੂਰਾ ਹੋਵੇਗਾ। ਆਮੀਨ। ਔਰ ਉਹਨੇ ਕਿਸੇ ਵੀ ਪ੍ਰਕਾਰ ਦੀ ਬਦੀ ਜਿਹੜੀ ਹੈ ਉਹ ਨਹੀਂ ਕੀਤੀ। ਉਹਨੇ ਆਪਣੇ ਆਪ ਨੂੰ ਬੜਾ ਨਿਸ਼ਕਲੰਕ ਤੇ ਮਤਲਬ ਬੇਕਜ ਰੱਖਿਆ ਔਰ ਉਹਦੇ ਅੰਦਰ ਜਿਹੜੀ ਦਇਆ ਸੀ। ਆਮੀਨ। ਉਸ ਦਇਆ ਦੇ ਹੇਠ ਹੀ ਉਹਨੇ ਆਪਣੇ ਭਰਾਵਾਂ ਨੂੰ ਮਾਫ ਕੀਤਾ। ਆਮੀਨ। ਉਹਨੇ ਆਪਣੀ ਉਸ ਦਇਆ ਦੇ ਕਰੈਕਟਰ ਵਾਲੇ ਹਿੱਸੇ ਦੇ ਅੰਦਰ ਹੀ ਉਹਨੇ ਕੀ ਕੀਤਾ, ਉਹਨੇ ਉਹਨਾਂ ਨੂੰ ਮਾਫ ਕਰ ਦਿੱਤਾ। ਆਮੀਨ। ਪਰ ਮੇਰਾ ਵਿਸ਼ਾ ਇਹ ਨਹੀਂ ਹੈ, ਮੇਰਾ ਵਿਸ਼ਾ ਕੁਝ ਹੋਰ ਹੈ। ਕਿਉਂਕਿ ਮੈਂ ਚਾਹੁੰਦਾ ਹਾਂ ਕਿ ਅਸੀਂ ਐਂਡ ਟਾਈਮ ਮੈਸੇਜ ਸੁਣੀਏ। ਆਮੀਨ। ਕਿ ਐਂਡ ਟਾਈਮ ਮੈਸੇਜ ਹੈ ਕੀ ਹੈ? ਐਂਡ ਟਾਈਮ ਮੈਸੇਜ ਕੇਵਲ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਲੈਣਾ ਨਹੀਂਗਾ। ਅੰਤ ਸਮੇਂ ਦਾ ਸੰਦੇਸ਼ ਕੇਵਲ ਇਹ ਨਹੀਂ ਹੈ ਕਿ ਅੱਜ ਸਾਨੂੰ ਇਹ ਪਤਾ ਲੱਗ ਜਾਏ ਕਿ ਯਿਸੂ ਮਸੀਹ ਹੀ ਖੁਦਾ ਹੈ, ਯਿਸੂ ਮਸੀਹ ਹੀ ਪਰਮੇਸ਼ਰ ਹੈ ਔਰ ਭਾਈ ਬ੍ਰੈਨਮ ਜਿਹੜਾ ਹੈ ਉਹ 7ਵਾਂ ਦੂਤ ਹੈ ਔਰ ਉਹ 3 ਨਹੀਂ ਹਨ, ਉਹ ਇੱਕੋ ਹੀ ਹਨ, ਹੈ ਨਾ। ਸਿਰਫ ਇੰਨਾ ਕੁ ਮੈਸੇਜ ਨਹੀਂ ਹੈ, ਇਹ ਸਿਰਫ ਇੱਕ ਸ਼ੁਰੂਆਤ ਹੈ। ਇਹ ਸਿਰਫ ਕਲੀਸਿਆ ਦਾ ਮੈਂਬਰ ਬਣ ਲਈ ਇੱਕ ਸ਼ੁਰੂਆਤ ਹੈ, ਪਰ ਦੇਹੀ ਦਾ ਮੈਂਬਰ ਬਣ ਲਈ ਕੁਝ ਹੋਰ ਲੋੜ ਹੈ। ਆਮੀਨ। ਅਗਰ ਇਹੀ ਕੁਝ ਮੈਂਬਰ ਬਣਾਓ, ਅਗਰ ਇਹੀ ਕੁਝ ਮੈਸੇਜ ਸੀ, ਫਿਰ ਭਾਈ ਬ੍ਰੈਨਮ ਨੇ 7 ਕਲੀਸਿਆਈ ਕਾਲ ਪ੍ਰਚਾਰ ਕਿਉਂ ਕੀਤੇ? ਉਹਨੇ ਦਾਨੀਏਲ ਦੇ 70 ਸਾਥੇ ਪ੍ਰਚਾਰ ਕਿਉਂ ਕੀਤੇ? ਉਹਨੇ 7 ਮੋਹਰਾਂ ਪ੍ਰਚਾਰ ਕਿਉਂ ਕੀਤੀਆਂ? ਆਮੀਨ। ਮੈਨੂੰ ਪਲੀਜ਼ ਕੋਈ ਮੋਹਰਾਂ ਦੀ ਕਿਤਾਬ ਇੱਥੇ ਹੋਏਗੀ, ਮੈਨੂੰ ਦੇ ਦਿਓ ਔਰ ਜ਼ਰੂਰ ਇੱਥੇ ਇੱਕ ਕਿਤਾਬ ਰੱਖਿਆ ਕਰੋ ਮੋਹਰਾਂ ਦੀ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਸਿੱਖਣਾ ਚਾਹੁੰਦੇ ਹਾਂ। ਔਰ ਇੱਥੇ ਮੈਂ ਤਿਆਰੀ ਦੀ ਗੱਲ ਕਰ ਰਿਹਾ ਕਿ ਨਬੀ ਦਾ ਸੰਦੇਸ਼ ਕਾਹਦੇ ਲਈ ਭੇਜਿਆ ਗਿਆ? ਨਬੀ ਦਾ ਸੰਦੇਸ਼ ਭੇਜਿਆ ਗਿਆ ਤਿਆਰੀ ਵਾਸਤੇ। ਆਮੀਨ। ਨਬੀ ਦਾ ਸੰਦੇਸ਼ ਤਿਆਰੀ ਵਾਸਤੇ ਭੇਜਿਆ ਗਿਆ, ਪਰ ਇਹ ਨਬੀ ਦਾ ਸੰਦੇਸ਼ ਹੀ ਸਾਨੂੰ ਇਹ ਦੱਸਦਾ ਹੈ ਕਿ ਬਈ ਤਿਆਰੀ ਕਰੀਦੀ ਕਿੱਦਾਂ ਆ। ਆਮੀਨ। ਔਰ ਤਿਆਰੀ ਦੀ ਲੋੜ ਪੈਂਦੀ ਕਿੱਦਾਂ ਆ। ਹੁਣ ਅਸੀਂ ਇਸ ਅਧਿਆਏ ਦੇ ਅੰਦਰ ਕੀ ਪੜ੍ਹਦੇ ਹਾਂ? ਇਹਨਾਂ ਅਧਿਆਇਆਂ ਦੇ ਅੰਦਰ ਅਸੀਂ ਅੱਗੇ ਜਾ ਕੇ ਪੜ੍ਹਦੇ ਹਾਂ ਕਿ ਯੋਸਫ ਨੇ ਜਦੋਂ ਉਹਨੂੰ ਸੁਪਨ ਦੱਸੇ, ਉਹਨੇ ਇਹ ਕਿਹਾ ਕਿ ਜਿਹੜੇ 7 ਚੰਗੀਆਂ ਗਾਈਆਂ ਨੇ ਇਹ 7 ਚੰਗੇ ਵਰੇ ਨੇ ਜਿਨ੍ਹਾਂ 'ਚ ਬਹੁਤ ਪੈਦਾਵਾਰ ਹੋਵੇਗੀ, ਔਰ ਜੋ 7 ਲਿਸੀਆਂ ਗਾਈਆਂ ਨੇ ਇਹ 7 ਉਹ ਵਰੇ ਹੋਣਗੇ ਜਿਹੜੇ ਅਕਾਲ ਦੇ ਵਰੇ ਨੇ। ਔਰ ਉਸ ਤੋਂ ਬਾਅਦ ਉਹਨੇ ਕਿਹਾ 7 ਚੰਗੇ ਸਿੱਟੇ, ਇਹਦਾ ਵੀ ਮਤਲਬ ਉਹੀ ਹੈ।
ਇਹਦਾ अर्थ भी ਉਹੀ है। फिर उन्हें कहा कि फिर ਇਹਦੀ ਤਿਆਰੀ ਕਿੱਦਾਂ ਕੀਤੀ ਜਾਵੇ, फिर ਇਹਦੀ ਕਿੱਦਾਂ ਇਹਦਾ ਪ੍ਰਬੰਧ ਕਿੱਦਾਂ ਕੀਤਾ ਜਾਵੇ। ਉਹ ਪ੍ਰਬੰਧ ਕਾਹਦੇ ਲਈ ਕਰ ਰਿਹਾ ਸੀ? ਉਹ ਪ੍ਰਬੰਧ ਕਰ ਰਿਹਾ ਸੀ ਕਿ ਉਹਨੂੰ ਜਦੋਂ ਪਤਾ ਲੱਗ ਗਿਆ ਕਿ ਧਰਤੀ ਦੇ ਉੱਤੇ 7 ਸਾਲ ਅਕਾਲ ਦੇ ਆਉਣ ਵਾਲੇ ਨੇ, ਆਮੀਨ, ਉਹਨੂੰ ਜਦੋਂ ਇਹ ਪਤਾ ਲੱਗਾ ਫਿਰ ਉਹਨਾਂ ਨੇ ਤਿਆਰੀ ਕਰਨੀ ਸ਼ੁਰੂ ਕੀਤੀ। ਮੇਰਾ ਇਹੀ ਮੈਸੇਜ ਹੈ कि मैसेज की सानू तैयारी करनी कादे लिए चाहिए, सानू पता तो होवे भी करनी कादे लिए है। और इदा ही चली जा रहे हैं जी, की पता यसू मसीह, की पता साइकिल चलाते ही आ जाए, की पता जो मर्जी आ जाए भी आप उड्डी जाना। हाँ ठीक है, इदा ही होएगा, पर पता तो लगे तैयारी करनी कादे तो, बचना कादे तो। सानू जिस चीज तो बचना है वो तो सानू पता लगे, आमीन। इस करके योजना पहले पता होनी चाहिए, आमीन। ਅਸੀਂ ਫਾਸਟ ਰੱਖ ਰਹੇ ਹਾਂ ਜੀ, ਕਾਦੇ ਲਈ ਰੱਖ ਰਹੇ ਹਾਂ ਜੀ? ਪਤਾ ਨਹੀਂ ਜੀ। ਖੁਦਾ ਜੋ ਵੀ ਸਾਡੇ ਲਈ ਹੋਏਗਾ ਠੀਕ ਦੇ ਦੇਗਾ। ਐਸਤਰ ਨੂੰ ਪਤਾ ਸੀ ਕਾਦੇ ਲਈ ਰੱਖ ਰਹੀ ਹੈ, ਆਮੀਨ। ਨੀਨਵਾ ਦੇ ਲੋਕਾਂ ਨੂੰ ਪਤਾ ਸੀ ਕਾਦੇ ਲਈ ਰੱਖ ਰਹੇ ਆ। ਮੂਸਾ ਨੂੰ ਪਤਾ ਸੀ ਕਾਦੇ ਲਈ ਰੱਖ ਕੇ ਚੱਲਿਆ ਫਾਸਟ। ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਾਸਟ ਰੱਖਿਆ ਕਾਦੇ ਲਈ ਆ। ਉਹ ਬਾਸ ਜੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਜੀ, ਕਿਹੜੀ ਕਿਹੜੀ ਦਸੀਏ ਹੁਣ ਉਹਨੂੰ, ਜਿਹੜੀ ਠੀਕ ਲੱਗੇਗੀ ਕਰ ਦੇਗਾ, ਹੈ ਨਹੀਂ। यानी उदा ही बस तुक्का मास्टर है ना, संत तुक्का राम। पर बाइबल च लिखा है कि एस्थर नूं पता लग गया, मारदकई नूं पता लग गया कि साडे सारियां दे जीवन, साडे सारियां दे जीवन खतरे विच हन। साडे जीवनां नूं दाह दे उत्ते ला दिता गया है, साडे जीवनां नूं दाह दे उत्ते ला दिता गया है। साडे जीवन जेड़े ने उन्हां दे बारे एक हुक्म हो चुका है, एक पर्दे दे पीछे कोई गलबात हो चुकी है। और मारदकई एस्थर नूं दसदा है, एस्थर नूं पता नहीं है। एस्थर ओदे महल विच रहिंदी है पर एस्थर नूं कुछ नहीं पता। एक 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 वो है जिहड़ा महल तो बाहर रहिंदा है पर उन्हें सारा कुछ पता है, आमीन। ये मारदकई कौन है? ये मारदकई साडे युग दा नबी है, आमीन। जेड़ा एस्थर नूं दसदा है कि तेरे नाल की होने वाला है, आमीन। जेड़ा ओनू घुटनियां ते लैके आउंदा है, वो की कहंदा है? केवल इस चर्च दा मैंबर बन के ये ना समझी कि तू बच जाएगी, नो, तू भी मरेंगी। और वो चीज ओनू घुटनियां ते लैके आउंदी है, आमीन। और ये चीज ओनू दसदी है कि विचोलगी किद्दां करनी है, आमीन। कि अपने लोकां दे वास्ते विचोलगी दा काम किद्दां करना है, आमीन। और जदों विचोलगी दा काम करदी है, सॉरी, जदों विचोलगी दा काम करदी है उदों ओनू पता चलदा है, की पता चलदा है? उदों ओनू राजा कहंदा है तू मंग की मंगना है, अद्धे राज तक भी तेनू दे दिता जाएगा, आमीन। उदों ओनू पता लगता है मैं इस राज की सांझी वारस हां, आमीन। इस तो पहला नहीं पता चले, आमीन। सो ओनू एक योजना का पता लग गया, एक योजना का पता लग गया कि योजना चल की रही है, आमीन। हुण असी विश्वासी हाँ अंत समय दे मैसेज दे, सानू पता होना चाहिए है। और ये किताब दसदी है कि ये मैसेज जिहड़ा है ये किधर नूं जा रहा है, और ये मैसेज जिहड़ा है की साडे बारे। हुण बल ध्यान नाल सुनियो, दूसरी मोहर उहदा 45 नंबर पैरा मैं लगा पढ़न कि ये जिहड़ियां इहदे च जिहड़े मैसेज ने ये सारा कुछ भरो साडे दिनां वास्ते है, साडे दिनां वास्ते है। लिखिया दूसरी मोहर दा 45 नंबर पैरा, शैतान एक चलाक मनुख है, वो ये नहीं कह लिया सी। अते जद शैतान इस गल नूं अगांह वधदे होए वेखदा है तां ओह उस दे अगांह वधण तो पहला ही उस नूं विगाड़न लई अपना सारा जोर लगा दिंदा है, जिन्ना ओह लगा सकदा है। की तुसीं जाणदे हो कि अंत दे दिनां विच झूठे मसीह उठ खड़े होणगे, ये पिछों होवेगा जद ए भाई अपना महान संदेश दे हटेगा, जो असल विच एलिया दे आत्मा नाल भरपूर होवेगा
ਤਾਂ ਇਸ ਦੇ ਇੱਕਦਮ ਬਾਅਦ ਇਹ ਹੋਵੇਗਾ। ਭਰਾਓ, ਇਹ ਮਿਸ਼ਨਾਂ ਬਾਰੇ ਗੱਲ ਨਹੀਂ ਹੈ। ਉਹ ਕੀ ਕਹਿ ਰਿਹਾ, ਧਿਆਨ ਨਾਲ ਸੁਣੋ। ਉਹ ਕਹਿੰਦਾ ਕਿ ਜਦੋਂ ਏਲੀਆ ਦੀ ਆਤਮਾ ਨਾਲ ਭਰਪੂਰ ਉਹ ਭਾਈ ਪ੍ਰਚਾਰ ਕਰ ਹਟੇਗਾ। ਏਲੀਆ ਦੀ ਆਤਮਾ ਨਾਲ ਕਿੰਨੇ ਪ੍ਰਚਾਰ ਕੀਤਾ? ਭਾਈ ਬ੍ਰੈਨਮ ਨੇ। ਉਹਨੇ ਕਿਹਾ ਜਦੋਂ ਉਹ ਪ੍ਰਕਾਸ਼ਨ ਆਪਣਾ ਮੈਸੇਜ ਦੇ ਚੁੱਕੇਗਾ, ਉਹਨੇ ਕਿਹਾ ਉਹਦੇ ਤੋਂ ਤੁਰੰਤ ਬਾਅਦ ਇਹ ਹੋ ਜਾਏਗਾ। ਉਹਦੇ ਤੋਂ ਤੁਰੰਤ ਬਾਅਦ ਝੂਠੇ ਮਸੀਹੀ ਉੱਠ ਖੜੇ ਹੋਣਗੇ। ਹੁਣ ਇਹ ਨਾ ਕਹੋ ਕਿ ਝੂਠੇ ਮਸੀਹੀ ਮਿਸ਼ਨਾਂ 'ਚ ਨੇ। ਨੋ, ਇਹ ਝੂਠੇ ਮਸੀਹੀ ਮੈਸੇਜ ਦੇ ਅੰਦਰ ਨੇ। ਇਹ ਮੈਂ ਮੈਸੇਜ ਦੇ ਆਧਾਰ ਤੇ ਗੱਲ ਕਰ ਰਿਹਾ। ਔਰ ਇਹ ਇੱਥੇ ਸਾਡੀ ਹੁਣ ਪਛਾਣ ਹੋਣੀ ਆ। ਇੱਥੇ ਜਿਹੜਾ ਚਰਚ ਦਾ ਮੈਂਬਰ ਹੈ ਉਹ ਉਹਨਾਂ ਦੇ ਜਾਲ 'ਚ ਫਸੇਗਾ, ਪਰ ਇੱਥੇ ਜਿਹੜਾ ਦੇਹ ਦਾ ਮੈਂਬਰ ਹੈ ਉਹ ਐਉਂ ਝਾੜੇਗਾ, ਗੈਟ ਆਊਟ। ਉਹ ਕਹੇਗਾ ਮੈਂ ਵਿਸ਼ਵਾਸ ਨਹੀਂ ਕਰਦਾ, ਮੇਰੇ ਨਬੀ ਨੇ ਇਦਾਂ ਕਿਹਾ ਹੈ, ਬਾਈਬਲ ਇਦਾਂ ਕਹਿੰਦੀ ਹੈ। ਆਮੀਨ। ਇਹ ਉਹ ਸਾਰੀਆਂ ਚੀਜ਼ਾਂ ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜਾ ਪੌਲਸ ਹੈ, ਜਿਹੜਾ ਯੋਸਫ ਹੈ, ਉਹਦੇ ਅੰਦਰ ਕੌਣ ਹੈ? ਉਹਦੇ ਅੰਦਰ ਅਬਰਾਹਮ ਵੀ ਆ, ਉਹਦੇ ਅੰਦਰ ਇਸਹਾਕ ਵੀ ਆ, ਉਹਦੇ ਅੰਦਰ ਯੋਸਫ ਵੀ ਆ। ਉਹ ਠੀਕ ਇਸੇ ਤਰ੍ਹਾਂ ਭਾਈ ਬ੍ਰੈਨਮ ਨੇ ਦੱਸਿਆ। ਉਹਨੇ ਕਿਹਾ ਕਿ ਜਿਹੜਾ ਚੌਥਾ ਘੋੜਾ ਆ, ਚੌਥਾ ਘੋੜਾ ਪੀਲਾ, ਜਿਹਨੂੰ ਜਰਦ ਕਿਹਾ ਗਿਆ ਸ਼ਾਇਦ, ਉਹਦੇ ਅੰਦਰ ਚਿੱਟਾ ਵੀ ਆ, ਉਹਦੇ ਅੰਦਰ ਕਾਲਾ ਵੀ ਆ, ਤੇ ਉਹਦੇ ਅੰਦਰ ਲਾਲ ਵੀ ਆ। ਉਹਦੇ ਅੰਦਰ ਧੋਖਾ ਵੀ ਆ, ਉਹਦੇ ਅੰਦਰ ਰਾਜਨੀਤੀ ਵੀ ਆ। ਭਾਈ ਜੀ ਬੜਾ ਵਧੀਆ ਪ੍ਰਚਾਰਕ ਸੀ, ਇਦਾਂ ਕੋ ਕਰ ਰਿਹਾ, ਇਦਾਂ ਦੀਆਂ ਰਾਜਨੀਤੀਆਂ ਕੋ ਕਰ ਰਿਹਾ? ਤੁਸੀਂ ਜਾਣੋ। ਜੇ ਤੁਸੀਂ ਕਲੀਸਿਆ ਦੇ ਮੈਂਬਰ ਹੋ ਫਿਰ ਤੁਹਾਨੂੰ ਸਮਝ ਨਹੀਂ ਆਏਗਾ, ਪਰ ਜੇ ਤੁਸੀਂ ਦੇਹ ਦੇ ਮੈਂਬਰ ਹੋ, ਜੇ ਤੁਸੀਂ ਇਸ ਕਿਤਾਬ ਨੂੰ ਪੜ੍ਹਿਆ ਹੈ, ਫਿਰ ਤੁਹਾਨੂੰ ਸਮਝ ਆਏਗਾ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਚੱਲ ਕੀ ਰਿਹਾ ਆ। ਉਹ ਕੁਝ ਦੁਹਰਾਇਆ ਜਾ ਰਿਹਾ ਹੈ। ਪਰ ਇੱਕ ਗੌਰ ਕਰਿਓ, ਜੇਕਰ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਮੈਂ ਖੁਦਾ ਦਾ ਬੱਚਾ ਹਾਂ, ਆਮੀਨ, ਮੈਂ ਦੁਲਹਨ ਦਾ ਹਿੱਸਾ ਹਾਂ, ਔਰ ਮੈਂ ਉਸ ਜੰਤੂ ਦੇ ਪ੍ਰਭਾਵ ਦੇ ਹੇਠ ਚੱਲਣਾ ਹੈ, ਆਮੀਨ, ਫਿਰ ਇਹ ਵੀ ਵਿਸ਼ਵਾਸ ਕਰਿਓ ਕਿ ਸਾਡੇ ਯੁੱਗ ਦੇ ਨਬੀ ਦੇ ਅੰਦਰ, ਇਸ ਚੌਥੇ ਜੰਤੂ ਦੇ ਅੰਦਰ ਸ਼ੇਰ ਵਾਲਾ ਆਤਮਾ ਵੀ ਹੈ, ਮਨੁੱਖ ਦਾ ਆਤਮਾ ਵੀ ਹੈ, ਔਰ ਬਲਦ ਦਾ ਆਤਮਾ ਵੀ ਹੈ, ਆਮੀਨ। ਔਰ ਇਹ ਸਾਰੇ ਦੇ ਸਾਰੇ ਕਿਹਦੇ ਅੰਦਰ ਆ? ਇਸ ਚੌਥੇ ਦੇ ਅੰਦਰ ਹੈ, ਆਮੀਨ। ਬਾਈਬਲ 'ਚ ਕੀ ਲਿਖਿਆ ਕਿ ਜਦੋਂ ਵੈਰੀ ਹੜ ਵਾਂਗੂ ਆਉਂਦਾ ਹੈ ਤੇ ਖੁਦਾ ਆਪਣਾ ਝੰਡਾ ਜਿਹੜਾ ਹੈ ਕੀ ਕਰਦਾ ਹੈ? ਉੱਚਾ ਕਰਦਾ ਹੈ, ਆਮੀਨ। ਇਸ ਕਰਕੇ ਦਿਨ ਰਾਤ ਜਦ ਤੱਕ ਗੱਲ ਸਮਝ 'ਚ ਨਾ ਆਵੇ, ਇਹਨੂੰ ਪੜ੍ਹਦੇ ਰਹੋ, ਬਸ ਇਹਨੂੰ ਪੜ੍ਹਦੇ ਰਹੋ। ਭਾਈ ਜੀ 2 ਵਾਰੀ ਪੜ੍ਹ ਲਿਆ, ਸਮਝ ਨਹੀਂ ਆਈ, ਭਾਈ ਜੀ 3 ਵਾਰੀ ਪੜ੍ਹ ਲਿਆ, ਪੜ੍ਹਦੇ ਰਹੋ। ਅਸੀਂ ਕਿਹਦੇ ਵਰਗੇ ਆ? ਏਲੀਆ ਦੇ ਬਾਲਕਾਂ ਵਰਗੇ, ਆਮੀਨ। ਔਰ ਏਲੀਆ ਦਾ ਬਾਲਕ ਕਿੰਨੇ ਤੱਕ ਜਾਂਦਾ ਰਿਹਾ ਉਸ ਸਮੁੰਦਰ ਵੱਲ? 7 ਵਾਰੀ ਦੌੜਦਾ ਹੀ ਗਿਆ। ਇੱਕ ਵਾਰੀ ਜਾ ਕੇ ਆ, ਉਹਨੇ ਕਿਹਾ ਕੁਛ ਨਹੀਂ ਦੁਖਿਆ, ਕਿਹਾ ਗੋ ਫਿਰ ਜਾ। ਉਹ ਫਿਰ ਦੂਜਾ ਲਾ ਕੇ ਚੱਕਰ ਆਇਆ, ਭਾਈ ਜੀ ਕੁਛ ਨਹੀਂ ਸਮਝ ਚ ਆਇਆ, ਉਹਨੇ ਕਿਹਾ ਫੇਰ ਜਾ। ਉਹ ਫੇਰ ਲਾ ਕੇ ਆਇਆ, ਉਹਨੇ ਕਿਹਾ ਤੂੰ ਬਸ ਲੱਗਾ ਰਿਹਾ ਜਦ ਤੱਕ ਸਮਝ ਨਹੀਂ ਆਉਂਦਾ। ਔਰ ਜਦੋਂ ਲਿਖਿਆ 7ਵੀਂ ਵਾਰ ਗਿਆ, ਉਹਨੇ ਕੀ ਦੇਖਿਆ? ਉਹਨੇ ਕਿਹਾ ਇੱਕ ਮਨੁੱਖ ਦੇ ਹੱਥ ਜਿਹਾ ਬੱਦਲ, ਛੋਟਾ ਜਿਹਾ ਬੱਦਲ, ਉਹਨੇ ਕਿਹਾ ਸਮੁੰਦਰ ਚੋਂ ਉੱਠਦਾ ਹੋਇਆ ਨਜ਼ਰ ਆ ਰਿਹਾ। ਉਹਨੇ ਕਿਹਾ ਦੇਖ ਗਿਆ। ਉਹਨੇ ਕਿਹਾ ਹੁਣ ਜਾ ਕੇ ਅਹਾਬ ਨੂੰ ਕਹਿ, ਆਮੀਨ, ਅਹਾਬ ਨੂੰ ਕਹਿ ਕਿ ਜ਼ੋਰ ਦੀ ਵਰਖਾ ਆਉਣ ਵਾਲੀ ਹੈ, ਆਮੀਨ। ਮੇਰੇ ਭਰਾਓ, ਇਹ ਜਿਹੜਾ ਮੈਸੇਜ ਹੈ, ਇਹ ਮੈਸੇਜ ਕੇਵਲ ਗਿਆਨ ਤੱਕ ਸੀਮਤ ਨਹੀਂ ਹੈ। ਇਹ ਮੈਸੇਜ ਸਾਡੀਆਂ ਜ਼ਿੰਦਗੀਆਂ ਨੇ, ਸਾਡੀਆਂ ਜ਼ਿੰਦਗੀਆਂ ਇਸ ਮੈਸੇਜ ਦੇ ਨਾਲ ਤਾਲੁਕ ਰੱਖਦੀਆਂ ਨੇ, ਆਮੀਨ। ਔਰ ਮੈਂ ਕਿਸੇ ਹੋਰ ਚੈਨਲ ਵੱਲ ਤੁਹਾਨੂੰ ਅੱਜ ਲੈ ਕੇ ਜਾਣਾ ਚਾਹੁੰਦਾ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਅਸਲ ਦੇ ਵਿੱਚ ਤਿਆਰੀ ਕਰਨੀ ਕਿੱਦਾਂ ਹੈ, ਆਮੀਨ। ਅਸੀਂ ਪੜਾਂਗੇ ਦਾਨੀਏਲ ਦੀ ਕਿਤਾਬ। ਕਿੰਨਿਆਂ ਨੇ ਪੜ੍ਹੀ ਦਾਨੀਏਲ ਦੀ ਕਿਤਾਬ? ਬਾਕੀਆਂ ਨੇ ਕਿਸੇ ਨੇ ਨਹੀਂ ਪੜ੍ਹੀ। ਸੁਣੀ ਕਿੰਨਿਆਂ ਨੇ? ਚਲੋ ਸ਼ੁਕਰ ਆ ਵੀ ਸੁਣੀ ਤੇ ਹੈ।
ਤੁਹਾਨੂੰ ਪਤਾ ਦਾਨੀਏਲ ਦੀ ਕਿਤਾਬ ਪੁਰਾਣੇ ਨਿਯਮ ਦੀ ਪ੍ਰਕਾਸ਼ ਦੀ ਪੋਥੀ, ਪੁਰਾਣੇ ਨਿਯਮ ਦੀ ਪ੍ਰਕਾਸ਼ ਦੀ ਪੋਥੀ ਹੈ। ਪੌਲਸ ਦੇ ਸਮੇਂ ਦੇ ਅੰਦਰ ਜਦ ਪੌਲਸ ਇਸ ਧਰਤੀ ਦੇ ਉੱਤੇ ਸੀ, ਤੁਹਾਨੂੰ ਪਤਾ ਉਹਨੇ ਮਸੀਹ ਵਿਰੋਧੀ ਬਾਰੇ ਗੱਲ ਕੀਤੀ। ਥਸਲਨੀਕੀਆ ਦੀ ਕਿਤਾਬ ਦੇ ਅੰਦਰ ਉਹਨੇ ਮਸੀਹ ਵਿਰੋਧੀ ਦੇ ਬਾਰੇ ਗੱਲ ਕੀਤੀ ਹੈ। ਪਰ ਉਸ ਸਮੇਂ ਮਸੀਹ ਵਿਰੋਧੀ ਦਾ ਜਿਹੜਾ ਜ਼ਿਕਰ ਹੈ ਪ੍ਰਕਾਸ਼ ਦੀ ਪੋਥੀ ਤੋਂ ਬਿਨਾਂ ਉਹਨੂੰ ਕਿੱਦਾਂ ਮਿਲ ਗਿਆ? ਕਿਉਂਕਿ ਪ੍ਰਕਾਸ਼ ਦੀ ਜਿਹੜੀ ਪੋਥੀ ਹੈ ਉਹ ਕਰੀਬ 96-97 AD ਦੇ ਵਿੱਚ ਲਿਖੀ ਗਈ ਹੈ। ਔਰ ਸੰਤ ਪੌਲਸ ਜਿਹੜਾ ਉਹ ਬਹੁਤ ਪਹਿਲਾਂ ਇਸ ਧਰਤੀ ਦੇ ਉੱਤੋਂ ਉਹ ਜਾ ਚੁੱਕਾ ਹੈ। ਔਰ ਉਹਨੂੰ ਕਿੱਦਾਂ ਪ੍ਰਕਾਸ਼ਨ ਮਿਲ ਗਿਆ? ਕਿਉਂਕਿ ਉਸ ਸਮੇਂ ਉਹਦੇ ਕੋਲ ਦਾਨੀਏਲ ਦੀ ਕਿਤਾਬ ਸੀ ਔਰ ਉਹ ਜਾਣਦਾ ਸੀ ਕਿ ਇਹੋ ਦਾਨੀਏਲ ਦੀ ਕਿਤਾਬ ਜਿਹੜੀ ਹੈ ਇਹਦੇ ਅੰਦਰ ਉਹੋ ਯੋਜਨਾ ਹੈ ਜਿਹੜੀ ਪ੍ਰਕਾਸ਼ ਦੀ ਪੋਥੀ ਦੇ ਅੰਦਰ। ਆਮੀਨ। ਔਰ ਦਾਨੀਏਲ ਦੀ ਕਿਤਾਬ ਦੇ ਕਿੰਨੇ ਅਧਿਆਏ ਨੇ? 12। ਪਹਿਲੇ 6 ਅਧਿਆਏ ਜਿਹੜੇ ਨੇ, ਪਹਿਲੇ ਤਾਂ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਤੁਹਾਡੇ ਚੋਂ ਬਹੁਤਿਆਂ ਨੇ ਪੜ੍ਹੀ ਨਹੀਂ। ਇਹ ਮੈਸੇਜ ਦੇ ਵਿਸ਼ਵਾਸੀ ਹੋਣ ਦਾ ਚਿੰਨ੍ਹ ਨਹੀਂ ਹੈ। ਮੈਂ ਤੁਹਾਡਾ ਭਾਈ ਹਾਂ, ਇਸ ਕਰਕੇ ਮੇਰਾ ਫਰਜ਼ ਬਣਦਾ ਹੈ ਕਿ ਜਿੱਥੇ ਜਿਹੜੀ ਚੀਜ਼ ਤੁਹਾਡੇ ਫਾਇਦੇ ਦੀ ਹੈ ਉਹ ਮੈਂ ਤੁਹਾਨੂੰ ਦੱਸਾਂ। ਆਮੀਨ। ਇਹ ਸਾਰੀ ਕਿਤਾਬ, ਸਾਰੀ ਬਾਈਬਲ ਇਹ ਤੁਹਾਡੀ ਪੁਸਤਕ ਹੈ। ਆਮੀਨ। ਤੁਹਾਨੂੰ ਪਤਾ ਕਿ ਖੁਦਾ ਨੇ ਸਾਨੂੰ ਕੀ ਕਿਹਾ? ਉਹਨੇ ਲਿਖਿਆ, ਪੌਲਸ ਨੇ, ਅਸੀਂ ਇਸ ਧਰਤੀ ਦਾ ਨਿਆਂ ਕਰਾਂਗੇ, ਅਸੀਂ ਦੂਤਾਂ ਦਾ ਵੀ ਨਿਆਂ ਕਰਾਂਗੇ। ਉਹ ਜਿਹੜੇ ਨਿਆਈ ਹੁੰਦੇ ਨੇ, ਜਿਹੜੇ ਜੱਜ ਹੁੰਦੇ ਆ, ਜੱਜ ਨੇ ਕੋਈ ਕਿਤਾਬ ਪੜ੍ਹੀ ਨਾ ਹੋਵੇ, ਉਹ ਕਹੇ ਲਓ ਆ ਜਾਓ ਜੀ ਮੈਂ ਤੁਹਾਡਾ ਕਰਨਾ ਨਿਆਂ ਹੈ। ਉਹਨੇ ਪੁੱਠਾ ਹੀ ਪੜ੍ਹੀ ਜਾਣਾ। ਉਹਨੂੰ ਕਿ ਉਹਨੇ ਪੜ੍ਹਿਆ ਹੀ ਕੱਖ ਨਹੀਂ ਗਾ। ਉਹਨੇ ਇਧਰੋਂ ਪੁੱਛਣਾ, ਹਾਂ ਕਿੱਦਾਂ 7 ਸਾਲ? ਠੀਕ ਹੈ, 7 ਸਾਲ ਦੀ ਸਜ਼ਾ, ਐਵੇਂ ਹੀ ਕਹਿ ਦੇਣਾ ਉਹਨੇ। ਕਿਉਂਕਿ ਇਹਨੇ ਨਾ ਕੁਝ ਪੜ੍ਹਿਆ ਨਾ ਕੁਝ ਉਹਨੇ ਕੀਤਾ। ਔਰ ਜੱਜ ਜਿਹੜੇ ਆ ਉਹ ਬਹੁਤ ਪੜ੍ਹਦੇ। ਤੁਹਾਨੂੰ ਪਤਾ ਲੇਵੀ ਬਹੁਤ ਪੜ੍ਹਦੇ ਰਹੇ ਆ। ਕਿਉਂਕਿ ਲੇਵੀ ਕੌਣ ਸੀ? ਲੇਵੀ ਪੁਰਾਣੇ ਨੇਮ ਦੇ ਜੱਜ ਸੀ। ਆਮੀਨ। ਔਰ ਲੇਵੀਆਂ ਦਾ ਇੰਨਾ ਤਜਰਬਾ ਹੁੰਦਾ ਸੀ ਕਿ ਉਹ ਏਦਾਂ ਕਿਤਾਬ ਚੋਂ ਏਦਾਂ ਹੱਥ ਰੱਖ ਕੇ ਦੱਸ ਦਿੰਦੇ ਸੀ ਵੀ ਇੱਥੋਂ ਆ ਨਿਕਲੇਗਾ, ਔਰ ਉਹੀ ਨਿਕਲਦਾ ਸੀ। ਇੰਨਾ ਜ਼ਿਆਦਾ ਪੜ੍ਹਿਆ ਹੁੰਦਾ ਸੀ। ਅੱਜ ਮਰਕਸ ਦੀ ਕਿਤਾਬ ਪੁਰਾਣੇ ਨੇਮ 'ਚ ਲੱਭਣ ਦੇ ਹੁੰਦੇ। ਇੱਕ ਦਿਨ ਬੜੀ ਹੈਰਾਨੀ ਹੋਈ, ਸਾਡੇ ਪਿੰਡ ਇੱਕ ਪ੍ਰਚਾਰਕ ਦੀ ਗੱਲ ਕਰ ਰਿਹਾ ਮੈਂ, ਮਿਸ਼ਨਾਂ ਦਾ ਇੱਕ ਪ੍ਰਚਾਰਕ ਭਾਈ ਕਰ ਰਿਹਾ, ਕਹਿੰਦਾ ਯਕੂਬ ਦੀ ਪੱਤਰੀ ਚੋਂ ਪੜਾਂਗੇ ਕੀ ਕਹਿੰਦਾ ਪਲੂਸ ਤਮੋਥੀਅਸ ਨੂੰ। ਮੇਰਾ ਮੂੰਹ ਅੱਡਿਆ ਦਾ ਅੱਡਾ ਹੀ ਰਹਿ ਗਿਆ। ਮੈਂ ਕਿਹਾ ਬੰਦਾ ਪ੍ਰਚਾਰ ਕੀ ਖੰਡਿਆ? ਯਕੂਬ ਦੀ ਪੱਤਰੀ ਚੋਂ ਪਲੂਸ ਕਿੱਥੋਂ ਆ ਗਿਆ? ਤਮੋਥੀਅਸ ਕਿੱਥੋਂ ਆ ਗਿਆ ਹੈ? ਇਹਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਜੱਜ ਹਾਂ ਤੇ ਫਿਰ ਸਾਨੂੰ ਪੜ੍ਹਨਾ ਚਾਹੀਦਾ। ਆਮੀਨ। ਔਰ ਜੱਜ ਜਿਹੜਾ ਹੁੰਦਾ ਹੈ ਉਹਦੇ ਵਰਗਾ ਯੋਧਾ ਕੋਈ ਨਹੀਂ ਹੋ ਸਕਦਾ। ਇਹ ਮੈਂ ਤੁਹਾਨੂੰ ਦੱਸ ਰਿਹਾ ਇੱਕ ਚੀਜ਼। ਕਿੰਨਿਆਂ ਨੇ ਭਾਈ ਬ੍ਰੈਨਮ ਦੇ ਜਿਨ੍ਹਾਂ ਨੇ ਮੈਸੇਜ ਪੜ੍ਹਿਆ, ਇੱਕ ਇਤਿਹਾਸਕਾਰ ਦਾ ਨਾਮ ਪੜ੍ਹਿਆ, ਜੋਸੇਫਸ ਦਾ ਨਾ ਭਾਈ ਹੁਣਾ ਪੜ੍ਹਿਆ ਜੋਸੇਫਸ। ਤੁਹਾਨੂੰ ਪਤਾ ਜੋਸੇਫਸ ਕੌਣ ਸੀ? ਜੋਸੇਫਸ ਇੱਕ ਜਾਜਕ ਸੀ, ਉਹ ਲੇਵੀ ਦੇ ਘਰਾਣੇ ਦਾ ਸੀ। ਔਰ ਉਹਨੇ ਉਹ ਲੇਵੀਆਂ ਦਾ ਉਹ ਜਾਜਕੇ ਦਾ ਕੰਮ ਕਰਦਾ ਰਿਹਾ। ਔਰ ਜਿਹੜੀ ਇਹ 70 AD 'ਚ ਜਿਹੜੀ ਭਾਈ ਬ੍ਰੈਨਮ ਗੱਲ ਕਰਦੇ ਨੇ ਕਿ 70 ਈਸਵੀ ਦੇ ਅੰਦਰ ਇਸਰਾਏਲ ਜਿਹੜਾ ਹੈ ਉਹ ਨਾਸ਼ ਕਰ ਦਿੱਤਾ ਗਿਆ, ਹੈਕਲ ਢਾਹ ਦਿੱਤੀ ਗਈ। ਇਹ ਕੇਵਲ 70 ਈਸਵੀ ਦੇ ਵਿੱਚ ਹੀ ਖਤਮ ਨਹੀਂ ਹੋਈ। ਇੱਕ ਲੰਮਾ ਯੁੱਧ ਲੜਨਾ ਪਿਆ, ਇੱਕ ਲੰਮਾ ਯੁੱਧ ਲੜਨਾ ਪਿਆ ਰੋਮ ਦੇ ਲੋਕਾਂ ਨੂੰ। ਰੋਮ ਦੀ ਸੈਨਾ ਨੂੰ ਇੱਕ ਲੰਮਾ ਯੁੱਧ ਕਰਨਾ ਪਿਆ। ਔਰ ਜਿਹੜੇ ਲੋਕ ਇਸਰਾਏਲ ਦੇ ਵੱਲੋਂ ਰੋਮ ਦੇ ਨਾਲ ਲੜ ਰਹੇ ਸੀ, ਉਹਨਾਂ ਦਾ ਲੀਡਰ ਸੀ ਜੋਸੇਫਸ। ਉਹਨਾਂ ਦਾ ਲੀਡਰ ਸੀ। ਇੱਕ ਸਮੇਂ ਦੇ ਉੱਤੇ ਆ ਕੇ ਉਹਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਉਹਨਾਂ ਦੇ ਅੱਗੇ, ਰੋਮ ਦੇ ਅੱਗੇ ਉਹਨੇ ਸਰੈਂਡਰ ਕਰ ਦਿੱਤਾ। ਔਰ ਉਹਦੀ ਸਮਝ ਇੰਨੀ ਤਗੜੀ ਸੀ ਕਿ ਉਹਦਾ ਜਿਹੜਾ ਟਾਈਟਸ ਆ, ਤੁਹਾਨੂੰ ਇਹਨਾਂ ਤੇ ਪਤਾ ਨਾ ਕਿ ਟਾਈਟਸ ਨੇ ਢਾਈ ਸੀ ਉਹ ਹੈਕਲ। ਜਿਹੜਾ ਟਾਈਟਸ ਦਾ ਪਿਓ ਸੀਗਾ ਅਸਲ ਦੇ ਵਿੱਚ ਉਹ ਜ਼ਿਆਦਾ ਇੰਟਰਸਟਡ ਸੀਗਾ, ਉਹ ਜ਼ਿਆਦਾ ਇਸ ਗੱਲ 'ਚ ਦਿਲਚਸਪੀ ਰੱਖਦਾ ਸੀ ਕਿ ਹੈਕਲ ਢਾਹ ਦਿੱਤੀ ਜਾਵੇ।
ਜਰੂਸ਼ਲਮ ਜਿੱਤ ਲਿਆ ਜਾਵੇ ਤਾਂ ਕਿ ਮੈਂ ਸਮਰਾਟ ਬਣ ਜਾ ਉੱਥੋਂ ਦਾ। ਔਰ ਉਹਨੇ ਕਿਹਾ ਕਿ ਜਦੋਂ ਇਹ ਉਹਦੇ ਕੋਲ ਆਇਆ, ਉਹਨਾਂ ਨੇ ਕਿਹਾ, ਉਹਦੇ ਪਿਓ ਨੇ ਕਿਹਾ ਇਹਨੂੰ ਮਾਰ ਦਿਓ। ਉਹ ਕਹਿੰਦਾ ਵੀ ਮੈਨੂੰ ਮਾਰਨ ਦਾ ਕੀ ਤੁਹਾਨੂੰ ਫਾਇਦਾ ਹੋਣਾ, ਮੈਨੂੰ ਮਾਰ ਦੋਗੇ ਮੇਰੇ ਨਾਲ ਕੀ ਫਾਇਦਾ ਹੋ ਜਾਣਾ ਤੁਹਾਨੂੰ। ਪਰ ਕਹਿੰਦਾ ਮੈਂ ਦੱਸਦਾ ਕਿ ਤੂੰ ਅਗਲਾ ਸਮਰਾਟ ਹੋਵੇਂਗਾ। ਉਹ ਕਹਿੰਦਾ ਕਿ ਮੈਂ ਕਿੱਦਾਂ ਸਮਰਾਟ ਹੋਵੇਂਗਾ, ਤੇਰਾ ਇਹ ਪ੍ਰੈਡਿਕਸ਼ਨ ਕਿੱਦਾਂ, ਤੇਰਾ ਅਨੁਮਾਨ ਕਿੱਦਾਂ ਸਹੀ ਹੈ। ਕਿਉਂਕਿ ਉਹ ਜਾਣਦਾ ਸੀ ਕਿ ਇਹ ਬੰਦਾ ਜਿਹੜਾ ਜ਼ਿਆਦਾ ਗੱਲ ਕਰ ਰਿਹਾ ਹੈ ਕਿ ਯਰੂਸ਼ਲਮ ਫਤਿਹ ਕਰ ਲਓ, ਯਰੂਸ਼ਲਮ ਢਾ ਦਿਓ, ਇਹ ਕੁਝ ਕਰਕੇ ਦਿਖਾਉਣਾ ਚਾਹੁੰਦਾ ਹੈ। ਇਸ ਕਰਕੇ ਉਹ ਸਮਝ ਗਿਆ ਕਿ ਇਹੋ ਹੀ ਸਮਰਾਟ ਬਣਦਾ। ਉਹਨੇ ਕਿਹਾ ਅਗਲਾ ਸਮਰਾਟ ਤੂੰ ਹੋਏਗਾ। ਔਰ ਵਾਕਿਆ ਹੀ ਉਦਾਂ ਹੀ ਹੋਇਆ। ਉਸ ਤੋਂ ਬਾਅਦ ਉਹਨੂੰ ਨਾਗਰਿਕਤਾ ਮਿਲਦੀ ਹੈ ਰੋਮ ਦੀ, ਜਿੱਥੇ ਉਹਨੇ ਜਾ ਕੇ ਸਾਰਾ ਹੀ ਇਹ ਇਤਿਹਾਸ ਜਿਹੜਾ ਅੱਜ ਅਸੀਂ ਪੜ੍ਹਦੇ ਹਾਂ, ਉਹਨੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ, ਇਸਰਾਇਲ ਦੇ ਯੁੱਧ, तमाम ਚੀਜ਼ਾਂ। ਐਨੀ ਹੋ, ਮੇਰਾ ਕਹਿਣ ਦਾ ਅਰਥ ਇਹ ਹੈ ਕਿ ਜਾਜਕ ਜਿਹੜੇ ਨੇ, ਜੱਜ ਜਿਹੜੇ ਨੇ, ਉਹ ਬਹੁਤ ਪੜ੍ਹਦੇ ਆ। ਜੇ ਅਸੀਂ ਐਂਟਰ ਮੈਸੇਜ 'ਚ ਆਏ ਹਾਂ ਤੇ ਕਾਦੇ ਲਈ ਬਣਨਾ ਆਏ ਹਾਂ, ਕਾਦੇ ਵਾਸਤੇ ਆਏ ਹਾਂ? ਕੇਵਲ ਇੱਕ ਇਹ ਤਾਂ ਖੁਦਾ ਦਾ ਫੈਸਲਾ ਹੈ। ਇਹ ਤਾਂ ਬਾਈਬਲ ਕਹਿੰਦੀ ਹੈ ਕਿ ਉਹਨੇ ਸਾਨੂੰ ਜੱਜ ਬਣ ਲਈ ਸੱਦਿਆ ਆ। ਪਰ ਸਾਡੀ ਗਤੀਆਂ ਵਿਧੀਆਂ ਕੀ ਜੱਜ ਬਣਨ ਵਾਲੀਆਂ ਹੈਗੀਆਂ ਕਿ ਅਸੀਂ ਕਦੀ ਬਾਈਬਲ ਹੀ ਨਹੀਂ ਪੜ੍ਹੀ। ਅਸੀਂ ਜਿਹਦੇ ਨਾਲ ਨਿਆਂ ਕਰਨਾ ਹੈ, ਤੁਹਾਨੂੰ ਪਤਾ ਇਹਦੇ ਨਾਲ ਹੀ ਨਿਆਂ ਹੋਣਾ ਸਾਰਿਆਂ ਦਾ, ਇਸ ਬਾਈਬਲ ਦੇ ਨਾਲ ਹੀ ਸਾਰਿਆਂ ਦਾ ਨਿਆਂ ਹੋਣਾ। ਔਰ ਇਹ ਨਿਆਂ ਦੀ ਕਿਤਾਬ ਕਿਹਦੇ ਹੱਥ 'ਚ ਹੋਏਗੀ? ਦੁਲਹਨ ਦੇ ਹੱਥ ਦੇ ਅੰਦਰ। ਪਰ ਦੁਲਹਨ ਨੇ ਕਦੀ ਪੜ੍ਹੀ ਨਹੀਂ। ਮੰਨ ਲਓ ਕਿ ਉੱਥੇ ਨਿਆਈ ਬੈਠ ਜਾਣ, ਉਹ ਕਹਿੰਦੇ ਆਓ ਜੀ ਭਾਈ ਜੀ, ਆਓ ਤੁਸੀਂ, ਆਓ ਨਿਆਂ ਕਰੋ ਤੁਸੀਂ। ਉਹ ਕਹਿੰਦਾ ਮੈਂ ਤਾਂ ਕਿਤਾਬ ਹੀ ਨਹੀਂ ਪੜ੍ਹੀ ਕਦੀ। ਕੀ ਇਦਾਂ ਹੋਏਗਾ? ਅੰਤ ਸਮੇਂ ਦਾ ਸੰਦੇਸ਼ ਕੀ ਕਹਿੰਦਾ ਹੈ? ਪ੍ਰਕਾਸ਼ ਦੀ ਪੋਥੀ ਪਹਿਲਾ ਅਧਿਆਇ, ਉੱਥੇ ਲਿਖਿਆ, ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ। ਆਮੀਨ। ਇਹੋ ਲਿਖਿਆ ਉੱਥੇ, ਲਿਖਿਆ ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ। ਆਮੀਨ। ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਆਮੀਨ। ਜਾਨੀ ਜਿਨ੍ਹਾਂ ਨੂੰ ਇਹ ਪਤਾ ਲੱਗ ਜੇ ਕਿ ਸਮਾਂ ਨੇੜੇ ਹੈ, ਨਿਆਂ ਦਾ ਸਮਾਂ ਨੇੜੇ ਹੈ, ਨਿਆਂ ਕਰਨ ਦਾ ਸਮਾਂ ਨੇੜੇ ਹੈ, ਸਾਡਾ ਸਿੰਘਾਸਨ ਤੇ ਬਹਿਣ ਦਾ ਸਮਾਂ ਨੇੜੇ ਹੈ। ਆਮੀਨ। ਸਾਡਾ ਰਿਵਾਰਡ ਕੀ ਹੈ? ਸਾਡਾ ਰਿਵਾਰਡ ਹੈ ਸਿੰਘਾਸਨ ਤੇ ਬੈਠਣਾ। ਕਾਦੇ ਲਈ ਬੈਠਣਾ? ਨਿਆਂ ਕਰਨ ਵਾਸਤੇ ਬੈਠਣਾ, ਰਾਜ ਕਰਨ ਲਈ ਬੈਠਣਾ। ਆਮੀਨ। ਕਿਉਂਕਿ ਅਜੇ ਭਾਈ ਬ੍ਰੈਨਮ ਨੇ ਕਿਹਾ ਅਜੇ ਯਿਸੂ ਮਸੀਹ ਆਪਣੇ ਸਿੰਘਾਸਨ ਉੱਤੇ ਨਹੀਂ ਗਾ, ਉਹ ਅਜੇ ਪਿਤਾ ਦੇ ਸਿੰਘਾਸਨ ਉੱਤੇ ਹੈ। ਆਮੀਨ। ਆਪਣੇ ਸਿੰਘਾਸਨ ਉੱਤੇ ਉਹ ਕਦੋਂ ਹੋਵੇਗਾ? ਆਪਣੇ ਸਿੰਘਾਸਨ ਦੇ ਉੱਤੇ ਹੋਵੇਗਾ 1000 ਸਾਲੇ ਰਾਜ ਦੇ ਵਿੱਚ। ਆਮੀਨ। ਹੁਣ ਮੈਨੂੰ ਇੱਕ ਸਵਾਲ ਦੱਸਿਓ, ਇਹ ਸਾਰੇ ਮੰਨਦੇ ਨੇ ਕਿ ਯਿਸੂ ਮਸੀਹ ਸਵਰਗ 'ਚ ਨਹੀਂਗਾ? ਉਹ ਕਹਿੰਦੇ ਕਿ ਜਦੋਂ 7 ਮੋਹਰਾਂ ਖੁੱਲੀਆਂ ਤੇ ਮਸੀਹ ਜਿਹੜਾ ਹੈ ਉਹ ਧਰਤੀ ਤੇ ਆ ਗਿਆ। ਠੀਕ ਹੈ ਜੀ, ਮੈਂ ਸਹੀ ਬੋਲ ਰਿਹਾ? ਠੀਕ ਬੋਲ ਰਿਹਾ ਮੈਂ? ਇਹੋ ਹੀ ਦੱਸਦੀ ਹੈ, ਇਹੋ ਹੀ ਦੱਸਿਆ ਆਪਾਂ ਮੈਸੇਜ, ਇਹੋ ਸਿੱਖਿਆ ਕਿ ਜਦੋਂ ਉਹ ਬੱਦਲ ਉਤਰਿਆ, ਜਦੋਂ ਮੋਹਰਾਂ ਖੁੱਲੀਆਂ ਔਰ ਜਦੋਂ ਉਹ ਹੈਡ ਜਿਹੜਾ ਹੈ ਉਹ ਥੱਲੇ ਆ ਗਿਆ, ਸਿਰ ਥੱਲੇ ਆ ਗਿਆ, ਯਿਸੂ ਮਸੀਹ ਸਵਰਗ 'ਚ ਨਹੀਂਗਾ ਔਰ ਯਿਸੂ ਮਸੀਹ 1000 ਸਾਲੇ ਰਾਜ 'ਚ ਵੀ ਨਹੀਂਗਾ। ਸਵਾਲ ਹੈ ਫਿਰ ਹੈ ਕਿੱਥੇ? ਫਿਰ ਯਿਸੂ ਮਸੀਹ ਕਿੱਥੇ ਆ? ਫਿਰ ਯਿਸੂ ਮਸੀਹ ਦੁਲਹਨ ਦੇ ਅੰਦਰ ਹੈ। ਆਮੀਨ। ਤੇ ਜੇ ਯਿਸੂ ਮਸੀਹ ਦੁਲਹਨ ਦੇ ਅੰਦਰ ਆ ਤੇ ਕੀ ਫਿਰ ਉਹ ਬਾਈਬਲ ਨਹੀਂ ਪੜ੍ਹੇਗਾ? ਫਿਰ ਉਹ ਪੜ੍ਹੇਗਾ, ਫਿਰ ਉਹ ਪੜ੍ਹੇਗਾ। ਆਮੀਨ। ਔਰ ਫਿਰ ਤੁਹਾਨੂੰ ਇਹਨਾਂ ਲਿਖਤਾਂ ਨੂੰ ਪੜ੍ਹਨ ਦੇ ਲਈ ਉਹ ਜ਼ਰੂਰ ਕੁਝ ਕਹੇਗਾ। ਆਮੀਨ। ਸੋ ਅਸੀਂ ਦਾਨੀਏਲ ਦੀ ਕਿਤਾਬ ਵੱਲ ਚੱਲਦੇ ਹਾਂ। ਦਾਨੀਏਲ ਦੀ ਕਿਤਾਬ, ਉਹਦਾ ਦੂਸਰਾ ਅਧਿਆਇ, ਔਰ ਇੱਥੇ ਅਸੀਂ ਦੇਖਦੇ ਹਾਂ ਕਿ ਦਾਨੀਏਲ ਨੇ ਕੀ ਦੇਖਿਆ? ਨਬੂਕਦਨਸਰ ਨੇ ਕੀ ਦੇਖਿਆ? ਇੱਕ ਸੁਪਨ ਦੇਖਿਆ ਔਰ ਸੁਪਨ ਉਹਦੇ ਜੇਨ ਚੋਂ ਨਿਕਲ ਗਿਆ
और उन्हें कहा भी सारे जिन्ने जोशी है सारे मार दो, खत्म कर दो, कहानी मुफ्त दी तनख्वाह लै रहे, खत्म करो इन्हें। ठीक है। पर जो दानियल ने कहा कि बई मैनू समा दो, मैं तुहानू वो मूर्ति जिहड़ी है वह भेत मैं तुहानू सुपन जिहड़ा है वो दसांगा। और यदि 31 आयत तो वह काम शुरू करता है, दसना शुरू करता है, हे महाराज तुसां निगाह कीती तां की वेख्या, एक वड्डी मूर्त है सी, वो मूर्त जिहड़ी बलवंत सी, जिहदी चमक अत उत्तम सी, तुहाडे सामने खड़ी हुई, ओदा रूप भयानक सी, रही वो मूरत, ओदा सिर चोखे सोने दा सी, ओदी हिक ते ओदियां बाहां चांदी दियां, ओदा ढिड ते ओदे पट पित्तल दे, ओदियां लत्तां लोहे दियां, ओदे पैर कुछ लोहे दे कुछ मिट्टी दे सन। तुसीं ओनू वेखदे रहे, इथों तीक कि एक पत्थर बिना हथ लाए वड्ड के कढ़िया गया, जिन्हें उस मूर्त नू ओदे पैरां उत्ते जेड़े लोहे ते मिट्टी दे सन मारिया अते ओनू टोटे टोटे कर दिता। तद लोहा मिट्टी पित्तल चांदी सोना सारे टोटे टोटे कर दिते गए अते गर्मी की रुत के पिड़ की तूड़ी वांगू हो गए अते वह उन्होंने उड़ा लै गई, इथों तक कि उन्हों दे लई कोई थां ना रहा। वो पत्थर जिन्हें उस मूर्त नू मारिया एक वड्डा पहाड़ बन गया अते सारी धरती नू भर दिता। आमीन। कि असीं विश्वास करते हैं कि इन्हां दे अंदर वो चोटी का पत्थर उतरिया है। आमीन। चोटी का जे पत्थर उतरिया है तो काहदे लई उतरिया है? ताकि मूर्ति के पैरों च वजे। आमीन। ताकि मूर्ति के पैरों के अंदर वजे। आमीन। तुहानू पता कि जो उन्हें कहा जो उहदा तर्जमा किया तो उन्हें तर्जमे दे विच ये कहा, उन्हें कहा भी ये जिहड़ा सोने का सिर है। आमीन। उन्हें कहा कि ये जिहड़ा सोने का सिर वा ये तुसीं हो। ठीक है। उन्हें कहा सोने का सिर तुसीं हो, यानी दानिएल सिर दे समय च रह रहा सी, इस करके उन्हें कहा कि सोने का सिर तुसीं हो। ठीक है। भाई ब्रैनम ने जदों प्रचार किया अपने समय अते ओदे संदेश नू पछाणना, ओदे च उन्हें दो करैक्टरां दी गल की। एक दा नाम उन्हें लिया शायद आइजनहोवर ते एक दा नाम उन्हें लिया खरूशचेव। और खरूशचेव जिहड़ा है वो अपने नाल चार होर राजां नू जिहड़े कि इधर दे सीगे, यूरोप दे नहीं सीगे, नॉर्थ दे सीगे, उन्हां नू लैके आया। और जिहड़ा दूसरा सीगा आइजनहोवर वो अपने नाल कुछ नॉर्थ दे चार राजां नू लैके आया ते पंजवां वो आप। और इधर भी जिहड़ा खरूशचेव है वो एक आप है और उहदे नाल चार राज होर, यानी पांच ए पांच ये जो कट्ठे होके आए ये किन्ने बन गए? 10 बन गए। ये की बन गए? ये 10 बन गए। और उथे की होया कि उन्हें जिहड़ा खरूशचेव है उन्हें विचों एक ने, हुण मैनूं पक्की तरह याद नहीं कि खरूशचेव सी या दूसरा सी, और उन्हें लिखा कि अपनी उन्हें उस टेबल के उत्ते, क्योंकि की कर रहे सी, जुंटी बना रहे सी, भाई जुंटी करिए। पर उत्थे उन्हें की किया, उन्हें उस टेबल के उत्ते अपनी, भाई ब्रैनम ने कहा कि उन्हें अपनी जुत्ती जिहड़ी है वो टेबल के उत्ते मार दी। उन्हें कहा नहीं हो सकता। भाई ब्रैनम पता की कह रहे हैं? कहंदा देखो दानियल दे, कहंदा देखो नबूकदनसर दे सुपने का आखिरी हिस्सा। इहदा मतलब कि भाई ब्रैनम इन्हां दिनां दे अंदर रह रहा है जदों ये मूर्ति दियां 10 उंगलियां, पैरां दियां 10 उंगलियां इस धरती के उत्ते। ठीक है। इहदा मतलब है कि जदों भाई ब्रैनम ये गल बोल रहा है उदों चोटी का पत्थर, आमीन, इस धरती के उत्ते और वो पैरां दे उत्ते वजन लई तैयार है। आमीन।
पर मैं थोड़ा जिहा तुहानूं इसलिए लैके जाना चाहुंदा है ताकि तुहानूं पता लगे कि इन्हां चीज़ां दा असल दे विच प्रभु दा कहण दा मतलब है की है। आमीन। और इहदी असीं पढ़दे हां 7 अध्याय पढ़दे असीं इहदा दानियल 7 अध्याय। ये थोड़ा जिहा हो सकदा तुहानूं कन्फ्यूज लगे पर यह लगना नहीं चाहिए। ये लग तुहानूं इसलिए रहा है क्योंकि तुसीं मैसेज नहीं पढ़ते, तुसीं दानियल की किताब नूं नहीं पढ़िया जिद्दां कि तुसीं हुणे दस्सिया। इहदा मतलब प्रकाश की पोथी भी तुसीं नहीं पढ़ी, बहुत घट पढ़ी है। और जेकर असीं इन्हां नूं नहीं पढ़िया फिर ये सानूं चीज़ां जदों असीं इन्हां दी गल करांगे जद कि इन्हां नूं जानना साडे लई बड़ा जरूरी है। आमीन। बाबल दे राजा बैल शस्सर दे पहले वरे विच दानियल ने अपने पलंग उत्ते एक सुपना अते अपने सिर दीआं दरिष्टां डिठियां। तद ओने उस सुपने नूं लिखिया, उन्हां गल्लां दा सारा हाल कथन किया। दानियल ने आख्या बई रात नूं मैं एक दृष्ट कीती ते की वेखदा हां जो आकाश दीआं चारे पौणा वड्डे समुंदर उत्ते जोर नाल वगियां। भाई ब्रैनम ने मोहरां दे अंदर दस्सिया, पहली मोहर दे अंदर उन्हें की दस्सिया, उन्हें कहा कि जेड़ियां ये हवावां ने किनू बयान करदियां ने, युद्धां नूं। किनू बयान करदियां? लड़ाइयां नूं बयान करदियां। भाई प्रभु यीशु मसीह ने कहा तुसीं लड़ाइयां ते लड़ाइयां दी आवाज़ां सुनोगे। इत्थे दानियल ओही कह रहा है कि मैं समुंदर उत्ते चार, इदां लिखिया, चारे पौना समुंदर उत्ते जोर नाल वगियां। ये ओही 4 राज ने जेड़े उन्हें पहला देखे ने, जेड़े उन्हें मूर्ति के अंदर देखे ने। आमीन। क्योंकि पहला राज जेड़ा है किदा है, वो बाबल दा है। दूसरा किदा है, मादिया फारसियां दा है। तीजा किदा है, तीजा ग्रीक दा, जिदा राजा वो सीगा सिकंदर महान। हाँ। और चौथा जिहड़ा है कौन है? चौथा लोहे दा है जिहड़ा रोम है। ये चारे जिहड़े उन्हें मूर्ति च देखे, ये चारे चीज़ां वो कित्थे देख रहा हुण, वो एक इन्हां नूं युद्ध वाली स्थिति च वेख रहा है। और पानी किनू बयान करदे आ? प्रकाश की पोथी 17वें अध्याय च लिखिया भी ये जिहड़े तू पानी देखे ने कौन ने? ये कौमां ने, ये दुनिया आ, ये धरती आ। ठीक है। और उन्होंने लिखा समुंदर विचों 4 वड्डे वड्डे दरिंदे जो एक दूजे नालों वखरे सन निकले। पहला शेर पहला शेर बब्बर वर्गा अते उकाब जेहे खंभां वाला सी। मैं देखदा रहा जदों तक कि उहदे खंभ ना पुटे गए। वह धरती उतों चुक्या गया अते मनुख वांगू पैरां दे भार खड़ा किया गया अते मनुख दा दिल उहनूं दिता गया। तुसीं जाणदे कौन है? ये है नबूकदनसर। तुहानूं पता नबूकदनसर नूं बाइबल के अंदर शेर की पदवी दी गई है और उन्होंने उकाब की भी पदवी दी गई है। जो तुसीं बाबल दीयां मूर्तियां देखो तुसीं तुहानूं एक शेर मिलेगा। और ये मैं हवाले नहीं मैं लिख रहा पर ये बहुत सारे हवाले है बाइबल के अंदर जिहड़े उन्होंने बयान करते हैं कि नबूकदनसर इस जगह के उत्ते जिहड़ा शेर दिखाया गया है ये शेर नबूकदनसर है। और उहदे जिहड़े खंभ सीगे वो उकाब दे खंभां वर्गे सीगे। क्योंकि अज असीं देखते हैं कि उस समय के अंदर ना कोई जहाज सीगे, ना एरोप्लेन सीगे और ना ही समुद्री जहाज सीगे, पर ओदी सेना इन्नी ज़्यादा तेज हुंदी सी, इन्नी ज़्यादा फास्ट हुंदी सी। अज भी इस धरती के उत्ते बाबल उस नबूकदनसर वर्गी सल्तनत दोबारा फिर कभी नहीं आई और कभी आएगी भी नहीं जब तक खुदा दा राज नहीं आता। पर फिर भी वो समुद्रां नूं चीर के दूसरे जगह से चल जाते थे, उस जगह से कब्जा कर लेंदे सी, उस जगह नूं जेतू बना लेंदे सी। और इन्ने फास्ट तरीके नाल उन्हां दा काम जिहड़ा है वो हुंदा रहा है। और ये जिहड़ा राज आ, पर तुसीं गौर करियो कि जदों उन्हें नबूकदनसर नूं ये स्वप्न दिखाया उन्हें सिर्फ एक मूर्ति दिखाई। ओदा अगला हिस्सा उन्हें उन्होंने नहीं दिखाया। अगला हिस्सा किनू दिखाया? उसे ही मूर्ति का अगला हिस्सा किसी होर रूप में किनू दिखाया गया? दानियल नूं दिखाया गया।
आमीन। ओनू दानियल नू दिखाया गया और फिर लिखिया 5 आयत च, फिर मैं की देखदा हां दूसरा दरिंदा रिछ वर्गा है, ਉਹ एक पासे वाल खलो गया ਅਤੇ ਉਹਦੇ ਮੂੰਹ ਦੇ ਦੰਦਾਂ ਦੇ ਵਿਚਕਾਰ 3 ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ, ਉੱਠ ਅਤੇ ਢੇਰ ਸਾਰਾ ਮਾंस ਖਾ। ਇਹ ਜਿਹੜਾ ਦੂਸਰਾ ਹੈ, ਉਹਨੇ ਕਿਹਾ ਕਿ ਇਹ ਕਿੱਥੇ ਖਲੋ ਗਿਆ? ਉਹਨੇ ਕਿਹਾ ਇੱਕ ਪਾਸੇ ਵੱਲ ਖਲੋ ਗਿਆ। ਜਦੋਂ ਮੰਨ ਲਓ ਉਹਦੀਆਂ 2 ਲੱਤਾਂ ਹੋਣ ਤੇ ਇੱਕ ਪਾਸੇ ਵੱਲ ਹੋ ਗਿਆ ਇਦਾਂ ਕਰਕੇ। ਇਹ ਇਹਦੇ 2 ਪਾਸੇ ਕਿਹੜੇ ਆ? ਇਹ ਆ ਮਾਦੀ ਤੇ ਫਾਰਸੀ। ਮਾਦੀ ਤੇ ਫਾਰਸੀ। ਉਹਨੇ ਕਿਹਾ ਕਿ ਜਿਹੜਾ ਉਹ ਮੂਰਤੀ ਦੇ ਜਿਹੜੇ ਹੱਥ ਨੇ, ਬਾਹਾਂ ਨੇ, ਜਿਹੜੀਆਂ ਬਾਹਾਂ ਔਰ ਛਾਤੀਆਂ ਕਾਹਦੀ ਨੇ? ਚਾਂਦੀ ਦੀਆਂ। ਇਹ 2 ਬਾਹਾਂ ਮੰਨ ਲਓ, ਇੱਕ ਬਾਂਹ ਦਾ ਨਾਮ ਮਾਦੀ, दूसरी ਦਾ ਨਾਮ ਫਾਰਸੀ। ਔਰ ਅੱਗੇ ਜਾ ਕੇ ਲਿਖਿਆ ਕਿ ਉਹ ਇੱਕ ਪਾਸੇ ਵੱਲ ਖਲੋ ਗਿਆ। ਅੱਗੇ ਜਾ ਕੇ ਤੁਸੀਂ ਦੇਖਦੇ ਹੋ ਕਿ ਜਿਹੜਾ ਮਾਦੀ ਸੀਗਾ, ਜਿਹੜਾ ਮਾਦੀ ਰਾਜਾ ਜਿਹੜਾ ਸੀਗਾ, ਉਹਨੇ ਬਹੁਤ ਥੋੜਾ ਰਾਜ ਕੀਤਾ। ਮੇਰੇ ਖਿਆਲ ਉਹਨੇ ਵੱਧ ਤੋਂ ਵੱਧ ਇੱਕ ਸਾਲ ਰਾਜ ਕੀਤਾ, ਜਿਹੜਾ ਦਾਰਾ ਪਹਿਲਾ ਸੀਗਾ। ਉਸ ਤੋਂ ਬਾਅਦ ਇਹ ਰਾਜ ਕਿਹਦਾ ਹੋ ਗਿਆ? ਉਸ ਤੋਂ ਬਾਅਦ ਇਹ ਰਾਜ ਹੋ ਗਿਆ ਸਾਇਰਸ ਦਾ, ਜਿਹਨੂੰ ਖੋਰ ਸਕਿਆ ਗਿਆ। ਕੀ ਕਿਹਾ ਗਿਆ? ਖੋਰ ਸਕਿਆ ਗਿਆ। ਔਰ ਜਿਹੜਾ ਇਹ ਬਾਬਲ ਆ, ਇਹ ਅੱਜ ਦਾ ਕੀ ਆ? ਇਰਾਕ। ਇਹ ਅੱਜ ਦਾ ਇਰਾਕ ਆ। ਔਰ ਜਿਹੜਾ ਮਾਦੀ ਫਾਰਸੀ ਹੈ, ਇਹ ਕੌਣ ਆ? ਅੱਜ ਦਾ ईरान। ਇਹ ਅੱਜ ਦਾ ईरान ਆ। और लिखिया ਉਹਦੇ ਮੂੰਹ ਦੇ ਅੰਦਰ 3 किस्म ਦੇ 3 ਕੀ ਸੀਗੀਆਂ? ਹੱਡੀਆਂ ਸਨ, ਪਸਲੀਆਂ ਲਿਖਿਆ ਹੈ ਨਾ। ਉਹਦੇ ਮੂੰਹ ਵਿੱਚ, ਉਹਦੇ ਦੰਦਾਂ ਦੇ ਵਿਚਕਾਰ 3 ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ, ਉੱਠ ਅਤੇ ਢੇਰ ਸਾਰਾ ਮਾंस ਖਾ। ਇਹ 3 ਪਸਲੀਆਂ ਪਤਾ ਕੀ ਸੀ? ਉਹਨਾਂ ਦੇ ਉਹਦੇ ਆਲੇ ਦੁਆਲੇ 3 ਦੇਸ਼। ਇੱਕ ਦੇਸ਼ ਸੀ ਲਿਦੀਆ, ਇੱਕ ਕਿਹੜਾ ਸੀ? ਲਿਦੀਆ। ਇੱਕ ਸੀ ਮਿਸਰ, ਔਰ ਇੱਕ ਹੋਰ ਸੀਗਾ। ਹਾਂ, ਇਹ ਤਿੰਨੇ ਦੇਸ਼ ਬਾਬਲ ਦੇ ਵਿੱਚ, ਇਹ ਤਿੰਨੇ ਦੇਸ਼, ਇਹ ਤਿੰਨੇ ਪਸਲੀਆਂ, ਇਹ ਤਿੰਨੇ ਦੇਸ਼ ਉਹਨੇ ਖਾ ਲਏ ਆਪਣੇ ਅੰਦਰ। ਉਹਨੇ ਕੀ ਕਰ ਲਏ? ਉਹਨੇ ਹਜਮ ਕਰ ਲਿਆ। 6ਵੀਂ ਆਇਤ, ਉਹਦੇ ਮਗਰੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ, ਇੱਕ ਹੋਰ ਦਰਿੰਦਾ ਚਿਤਰੇ ਵਰਗਾ ਉੱਠਿਆ। ਉਹਦੀ ਕੰਡ ਉੱਤੇ ਪੰਛੀ ਜਿਹੇ 4 ਖੰਭ ਸਨ। ਉਸ ਦਰਿੰਦੇ ਦੇ 4 ਸਿਰ ਸਨ ਅਤੇ ਉਹਨੂੰ ਰਾਜ ਦਿੱਤਾ ਗਿਆ। ਇਹਦੇ ਪਿੱਛੋਂ ਮੈਂ ਰਾਤ ਦੀਆਂ ਦ੍ਰਿਸ਼ਟਾਂ ਵਿੱਚ ਡਿੱਠਾ ਅਤੇ ਕੀ ਦੇਖਦਾ ਹਾਂ, ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ, ਉਹਦੇ ਦੰਦ ਲੋਹੇ ਦੇ ਸਨ ਅਤੇ ਵੱਡੇ ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ ਟੋਟੇ ਕਰ ਦਿੰਦਾ, ਵੱਧਦੇ ਨੂੰ ਆਪਣੇ ਹੇਠ ਪੈਰਾਂ ਹੇਠ ਲਤਾੜਦਾ। ਉਹ ਇਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵੱਖਰਾ ਸੀ ਅਤੇ ਉਹਦੇ 10 ਸਿੰਘ ਸਨ। ਅਤੇ ਉਹਨਾਂ ਸਿੰਘਾਂ ਨੂੰ ਧਿਆਨ ਲਾ ਕੇ ਡਿੱਠਾ ਅਤੇ ਕੀ ਵੇਖਾ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਘ ਨਿਕਲ ਗਿਆ, ਜਿਹਦੇ ਅੱਗੋਂ ਪਹਿਲਿਆਂ ਵਿੱਚੋਂ 3 ਸਿੰਘ ਪੁੱਟੇ ਗਏ। ਅਤੇ ਕੀ ਵੇਖਦਾ ਹਾਂ ਕਿ ਉਸ ਸਿੰਘ ਵਿੱਚ ਅੱਖਾਂ ਮਨੁੱਖ ਦੀਆਂ ਹਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ। ਇਹਨੂੰ ਹੁਣ ਤੀਜਾ ਵੀ ਦਿਖਾ ਦਿੱਤਾ, ਇਹਨੂੰ ਫਿਰ ਇਹਨੂੰ ਚੌਥਾ ਵੀ ਦਿਖਾ ਦਿੱਤਾ। ਠੀਕ ਹੈ, ਇਹਨੂੰ ਚੌਥਾ ਜਿਹੜਾ ਹੈ ਉਹ ਵੀ ਕੀ ਕਰ ਦਿੱਤਾ? ਉਹਨੂੰ ਦਿਖਾ ਦਿੱਤਾ ਗਿਆ। ਹੁਣ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਆ, ਸਾਨੂੰ ਇਹ ਪਤਾ ਲੱਗ ਗਿਆ ਵੀ ਜਿਹੜਾ ਇਹ ਬਾਬਲ ਆ, ਜਿਹੜਾ ਬਾਬਲ ਆ, ਉਹਦਾ ਹਿੱਸਾ ਅਸੀਂ ਪੜ੍ਹ ਲਿਆ, ਉਹਨੂੰ ਅਸੀਂ ਦੇਖ ਲਿਆ ਕਿ ਉਹਨੂੰ ਕਿੱਦਾਂ ਦਰਸਾਇਆ ਗਿਆ। ਉਹਨੂੰ ਸ਼ੇਰ ਦੇ ਸ਼ਕਲ 'ਚ ਦਿਖਾਇਆ ਗਿਆ ਔਰ ਉਹਦੇ ਖੰਭ ਜਿਹੜੇ ਆ ਉਹ ਦਿਖਾਏ ਗਏ, ਇਦਾਂ ਕਰਕੇ ਦਿਖਾਏ ਗਏ। ਔਰ ਫਿਰ ਅਸੀਂ ਹੋਰ ਥੋੜਾ ਜਿਹਾ ਅੱਗੇ ਜਾਣੇ ਔਰ ਇਹਨੂੰ ਅਸੀਂ ਪੜਾਂਗੇ। ਇਹ ਘਰ ਜਾ ਕੇ ਤੁਸੀਂ ਸਾਰੇ ਪੜ੍ਹਿਓ ਚੈਪਟਰ ਆ ਵਾਲੇ, ਕਿਉਂਕਿ ਦਾਨੀਏਲ ਦੀ ਕਿਤਾਬ ਦੇ ਜਿਹੜੇ ਪਹਿਲੇ 6 ਅਧਿਆਏ ਆ ਉਹ ਤਾਂ ਮਤਲਬ ਸਾਰੇ ਥੋੜਾ ਬਹੁਤਾ ਜ਼ੋਰ ਝਾਰ ਲਾ ਕੇ ਸਮਝ ਆਉਂਦੇ ਆ ਕਿ ਬਈ ਦਾਨੀਏਲ ਨੂੰ ਸ਼ੇਰਾਂ ਵਾਲੇ ਖੁੱਡੇ 'ਚ ਪਾਤਾ, ਇੱਥੋਂ ਤੱਕ ਤੇ ਗੱਲ ਸਮਝ ਆਉਂਦੀ ਹੈ ਨਾ। ਉਹਨਾਂ ਸਦਰਕ ਮੇਸਕ ਨੂੰ ਅੱਗ ਦੀ ਭੱਠੀ 'ਚ ਪਾਤਾ, ਗੱਲ ਇੱਥੋਂ ਤੱਕ ਵੀ ਸਮਝ ਆ ਜਾਂਦੀ ਹੈ। ਪਰ ਜਦੋਂ ਗੱਲ 7ਵੇਂ ਤੋਂ ਲੈ ਕੇ 12 ਤੱਕ ਸ਼ੁਰੂ ਹੁੰਦੀ ਆ,
असल च ये मैसेज है। आमीन, ये मैसेज है और ये है जिथे अज मैनू ते तुहानू खड़िया होना चाहिए, जिथे तुहानू पता लगना चाहिए आ कि और ये सारियां गल्लां नबी ने प्रचार कीतियां हैं और मोहरां च प्रचार होईयां ने। फिर सानू समझ क्यों नहीं आ रही? पर समझ की आवे, असीं पढ़ना ही नहीं। सेवादार कही चले, सेवादार का काम आ कहना ते साडा काम आ भी सुनना ते कुछ नहीं करना, है नहीं। कई बारी सेवकाई दे ना जिन्ने पिछले साल होंदे आ वो सारे ही फिरौन दे उन्हां 7 माड़े सालां वर्गे लगदे आ कि वो सारा कुछ ही कलीसिया हड़प कर गई हुंदी है, फर्क कोई नहीं पिया हुंदा, नहीं कोई फर्क नहीं पैंदा। पर खैर ये गल्लां तुहाडा पास्टर बोले ज़्यादा वधिया है ते वो बोलते भी आ कि पढ़ना चाहिए। और इस तो बाद असीं इहदे 8वें अध्याय च चलदे हां। 8वें अध्याय च क्योंकि असीं हुण अगले उन्हां राजां बारे देखदे हां कि राज किहड़े ने। बैलशस्सर पातशाह दे राज दे 3जे वरे विच मैनू हां दानियल नूं जिहड़ा पहला दर्शन वेख्या सी ਉਹਦੇ ਪਿੱਛੋਂ एक होर दर्शन वेख्या। मैं दर्शन विच डिठा अते जिस वेले मैं डिठा तां इउं होया बई मैं शूशन दे महल विच सां जिहड़ा इलाम दे सूबे विच है। मैं दर्शन विच देखा मैं उलाई नदी दे कंढे हाँ। मैं अपनी अखां चुक के डिठा तां वेखो नदी दे अगे एक मेढा खलोता सी जिहदे 2 सिंग सन और वो दोवें उच्चे सन और एक दूजे नालों वड्डा सी अते वड्डा दूजे नालों पिछों उग्या। मैं उस मेढे नूं डिठा जिहड़ा पश्चिम उत्तर दक्षिण वल नूं सिंग मारदा सी। आ 3 पसलियां क्लीयर हो गईयां हुण। इत्थे उहने दस दिता इहो ही उथे ओनू देखो मूर्ति नूं किन्ने शकलां च दिखाया गया। ये समझण वालियां गल्लां है। पहला ओनू शेर दिखाया गया, ठीक है। फिर ओनू पहला ओनू की दिखाया सोने का सिर दिखाया गया। फिर ओनू की दिखाया गया, फिर ओनू शेर दिखाया गया, नाल ही ओनू उकाब दिखाया गया, ठीक है। जिहड़ा दूसरा राज है ओनू पहले चांदी का छाती और ओदियां बाहां दिखाई गई। दूसरे दर्शन दे विच ओनू की दिखाया गया? रिछ दिखाया गया। तीसरे दर्शन दे विच ओनू मेढा दिखाया गया। इक्को ही बंदा, इक्को ही राज 3 तरीकों के नाल दिखाया गया। पर यह दिखाया इसलिए गया, ये सारा कुछ घुमा फिरा के खुदा इसलिए गल कर रहा है ताकि अज दा दानियल इन्हां नूं समझे। आमीन। ये दानियल किहदी तस्वीर है? दानियल साडी तस्वीर है। आमीन। क्योंकि दानियल जदों इस किताब दे विच जदों दी शुरुआत हुंदी है, आमीन, इस तो पहला ही वह धर्मी है। इस तो पहला ही उन्होंने पता है मैं बाबल च जा रहा, मैं की करना ते मैं की नहीं करना। आमीन। और तुहानू पता दानियल जदों बाबल च लिजाया गया किन्ना क जवान सीगा? सिर्फ 12 साल का सी। 12 साल का। और वो इन्ना दरेड़े अपने अंदर मैं की खाना तुहानू, क्योंकि वो समझ रहा सी कि जिहड़ा उन्होंने खाना दिता जा रहा है वो खाना पहले मूर्तां दे अगे उन्होंने भोग लवाया जाता है और वो शुद्ध खाना फिर उन्होंने जिहड़ा है दिता जाता है। और वो जानता सी कि ये शुद्ध है। उन्हें कहा मैं ये खाना नहीं खाना और मेरे दोस्त भी मेरे नाल दे भरा जिहड़े ने ये भी ये खाना नहीं खाणगे। आमीन। वो दरेड़ा लादा लैके चलिया। आमीन। और क्योंकि खुदा उहदे तो कुछ होर कराउणा चाहुंदा सी। आमीन। और तुसीं कह सकदे हो भाई जी साडे को काम बड़े आ, साडे को वेल है नीगा, असीं बहुत बिजी हाँ। दानियल नालों ज़्यादा बिजी हैं। दानियल गुलाम सीगा, असीं गुलाम हैं, असीं आजाद हैं। भाई ब्रानम कहंदा कि दानियल ने गुलामी दे वरे विच भी इन्नी दुआ की कि दूत उहदे कोल आउणे शुरू हो गए। आमीन। उन्हें इन्ने ज्यादा उहदे को खुदा इन्ना ज्यादा वो गुलामी दे समय विच भी इन्नी ज्यादा दुआ प्रार्थना कर रहा सीगा क्योंकि उन्होंने जल्दी सी वापस जान दी और वो जानना चाहता सी प्रभु योजना की है। मैं कुछ मैं जानना चाहना है, मैं जानना चाहना है।
मेरे वास्ते योजना की है, मैनू तैयारी किदां दी करनी चाहिए है। आमीन। और खुदा जो उन्होंने ये चीज़ां दिखाता है, और फिर असी देखते हैं कि वो जिहड़ा मेढा है, जिहड़ा कि दूजा ही राज है, इत्थे ये मेढे की शक्ल च दिखाया गया, जिहड़ा लिखिया भी ओहदे दो सिंग सीगे, एक सिंग लिखिया उच्चा सीगा, एक नीवा सीगा। जिहड़ा सिंग नीवा सीगा वो सी मादी, जिहड़ा वड्डा सी वो सी कौन? फारस। फारस जिन्हों अज असीं आ कहने हैं ईरान कहने। और वो जिहड़ा सिंह सी दूजा, जिहड़ा वो जिहड़ा सिंह जिहड़ा पिछों निकलिया, वो सिंह उहदे नाल की हो गया? वड्डा हो गया। यानी बाद दे विच जिहड़ा साइरस राजा सीगा, जिहड़ा खोरस राजा सीगा, क्योंकि यशायाह नबी की किताब के अंदर खोरस के बारे लिखिया, खोरस मेरा सेवक, जिहड़ा कलीस जिहड़ा हैकल नूं फिर उसारेगा। ये खोरस के दिनों च काम जिहड़ा है फिर शुरू होया है। ठीक है, लिखिया वो पश्चिम उत्तर दक्षिण वाल सिंह मारदा सी, इथों तक के कोई दरिंदा उहदे अगे खलो ना सकिया, ना कोई उहदे हथों छुड़ा सकिया। पर जो वो चाहुंदा सी करदा ते अपने आप नूं वड्डा बनाउंदा सी। मैं चिंता विच सां, वेखो एक बकरा। एक तुहानूं होर गल दसदा कि जदों जे किसे तुसीं कदी पुराणियां कदी किते कोई तुहानूं मौका मिले, कोई क्रिश्चन मूवियां कदी तुसीं देखिओ युद्धां दे उत्ते, उन्हां विच तुसीं देखिओ भी जदों वो राजे पुराने युद्ध लड़दे रहे, उन्हां दी पछाण पता की हुंदी रही है? उन्हां ने अपने सिरां दे उत्ते उन्हां ने मेढे वर्गियां शक्लां सिंग जे ला के ना इदां जांदे रहे, ते बकरे वर्गियां जां उन्हां दी इदां जिहड़े झंडे जे खड़े कीते हुंदे सी, उन्हां दे उत्ते झंडियां दे उन्हां दे मेढियां दे निशान, बकरियां दे निशान जिहड़े सी वो हुंदे रहे। इत्थे की लिखिया 5 आयत, मैं चिंता विच सी तां वेखो एक बकरा लहिंदे पासियों चढ़ के सारी धरती दे उत्ते अजिहा फिरिया जो धरती नूं भी नाश होया, अते उस बकरे दीयां दोहां अखां दे विचकार एक अचरज सिंह सी, अते ओ दोहां सिंगां वाले मेढे दे कोल जिन्नू मैं नदी दे सामने खलोता वेख्या सी आया, अते अपने जोर दे गुस्से नाल ओहदे उत्ते दौड़ पिया, अते मैं उहनूं वेख्या बई ਉਹ ਮੇਢੇ ਦੇ ਨੇੜੇ ਪੁੱਜਾ ਅਤੇ ਉਹਦਾ ਕਰੋਰ ਉਹਦੇ ਉੱਤੇ ਜਾਗਿਆ ਅਤੇ ਮੇਢੇ ਨੂੰ ਮਾਰਿਆ ਅਤੇ ਉਹਦੇ ਦੋਵੇਂ ਸਿੰਘ ਭੰਨ ਸੁੱਟੇ ਅਤੇ ਮੇਢੇ ਵਿੱਚ ਜ਼ੋਰ ਨਹੀਂ ਸੀ ਕਿ ਉਹਦਾ ਸਾਹਮਣਾ ਕਰ ਸੁੱਟੇ। ਸੋ ਉਹਨੇ ਉਹਨੂੰ ਧਰਤੀ ਉੱਤੇ ਢਾ ਲਿਆ ਅਤੇ ਉਹਨੂੰ ਛਿਤਾਰ ਸੁੱਟਿਆ ਔਰ ਕੋਈ ਨਹੀਂ ਸੀ ਜੋ ਉਸ ਮੇਢੇ ਨੂੰ ਉਹਦੇ ਹੱਥੋਂ ਛੁਡਾ ਸਕੇ। ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ, ਜਦੋਂ ਬਲਵਾਨ ਹੋ ਗਿਆ ਤਾਂ ਉਹਦਾ ਵੱਡਾ ਸਿੰਘ ਭੱਜ ਗਿਆ, ਉਹਦੇ ਥਾਂ ਤੇ 4 ਅਚਰਜ ਸਿੰਘ ਧਰਤੀ ਦੀਆਂ 4 ਪੌਣਾਂ ਵੱਲ ਨਿਕਲੇ। ਇਹ ਸੇਮ ਗੱਲ ਤੁਸੀਂ 7ਵੇਂ ਅਧਿਆਏ ਵਿੱਚ ਪੜ੍ਹਦੇ ਹੋ ਵੀ ਉਹ ਜਿਹੜਾ ਤੀਜਾ ਨਿਕਲਿਆ ਜਿਹੜਾ ਉਹਦੇ ਸਿਰ ਉੱਤੇ 4 ਸਿਰ ਸੀਗੇ, ਉਹਦੇ ਇੱਥੇ ਪਿੱਠ ਦੇ ਉੱਤੇ ਲਿਖਿਆ ਉਹਦੇ ਉੱਤੇ 4 ਹੋਰ ਸਿਰ ਸੀਗੇ। ਤੁਹਾਨੂੰ ਪਤਾ ਜਿਹੜਾ ਸਿਕੰਦਰ ਸੀਗਾ, ਇਹ ਮੇਢਾ ਪਤਾ ਕੌਣ ਹੈ? ਯੂਨਾਨ ਦਾ ਜਿਹੜਾ ਉਸ ਵੇਲੇ ਜਿਹੜਾ ਰਾਸ਼ਟਰੀ ਚਿੰਨ੍ਹ ਸੀਗਾ, ਸਿੰਬਲ ਸੀਗਾ, ਉਹ ਕੀ ਸੀਗਾ? ਬੱਕਰਾ। ਉਹ ਜਦੋਂ ਯੁੱਧ ਲਾ ਕੇ ਜਾਂਦੇ ਉਹਨਾਂ ਨੇ ਬੱਕਰੇ ਦਾ ਉਹ ਸਾਈਨ ਜਿਹਾ ਹੁੰਦਾ ਰਿਹਾ ਪਾ ਕੇ ਲੈ ਕੇ ਜਾਂਦੇ ਰਹੇ। ਔਰ ਉਹਨੇ ਇਹ ਲਿਖਿਆ ਕਿ ਉਹਨੇ ਜਿਹੜਾ ਇਹ ਮੇਢਾ ਸੀਗਾ ਉਹਦੇ ਦੋਵੇਂ ਸਿੰਘ ਉਹਨੇ ਕੀ ਕਰ ਦਿੱਤਾ? ਉਹਨੇ ਭੰਨ ਦਿੱਤੇ ਔਰ ਉਹਨੇ ਧਰਤੀ ਦੇ ਉੱਤੇ ਢਾ ਲਿਆ। यानी इन्हें फारस के उत्ते कब्जा कर लिया। किने कर लिया? तीसरे ने। तीसरा कौन है? सिकंदर महान, यूनान का। अगे जाके तुहानूं 10वें च भी मिलेगा, उत्थे लिखा भी वो यूनान का है राजा है, यूनान का राजा लिखा इदां। और इन्हें उन्होंने की किया कि उन्होंने अपने कब्जे अंदर लै लिया। पर जदों सिकंदर मरिया, जदों सिकंदर मरिया, सिकंदर तो बाद ये जिहड़े 4 सिर आ, ये 4 उहदे जरनैल सी। और फिर ये चारे जरनैलों ने की किया, उहदा अपना कोई उहदी अंश है नहीं सी, अपना उहदा कोई बेटा है नहीं सी। और ये राज जिहड़ा है, जिहड़े जिहड़े भी उहदे हिस्से च सीगे लोग जिहड़े सीगे, वो सारे दे सारे उन्हें की कर लिया। एक ऐसी जरनैल ने लै लिया, एक दूसरे ने लै लिया, एक तीसरे ने लै लिया, एक 4 ने लै लिया, चौथे ने लै लिया। और लिखा भी उहदा जिहड़ा वो लिखा भी ਉਹਦੇ ਥਾਂ 4 ਅਚਰਜ ਸਿੰਘ ਆਕਾਸ਼ ਦੀਆਂ 4 ਪੌਣਾਂ ਵੱਲ ਨਿਕਲੇ।
ਇਹ ਜਾਨੀ ਇਹ ਹਵਾ ਦੇ ਵਿੱਚ ਹੀ ਬਹਿ ਗਏ, ਜਾਨੀ ਇਹ ਉਹਦਾ ਆਪਣਾ ਕੋਈ ਨਹੀਂ ਸੀ ਹੈਗਾ, ਉਹਦਾ ਆਪਣਾ ਕੋਈ ਨਾਮੋ ਨਿਸ਼ਾਨ ਜਿਹੜਾ ਹੈ ਉਹ ਨਹੀਂ ਰਿਹਾ, ਇਹ ਖਤਮ ਹੋ ਗਿਆ। ठीक है, पर अगली गल पढ़ते हैं। ਇਹਨੂੰ ਅਸੀਂ ਪੜ੍ਹਦੇ ਹਾਂ 15 ਆਇਤ ਤੋਂ। ਅਤੇ ਇਉਂ ਹੋਇਆ ਜਦ ਮੈਂ ਦਾਨੀਏਲ ਨੇ ਇੱਕ ਦਰਸ਼ਨ ਡਿਠਾ, ਉਹਦਾ ਅਰਥ ਲੱਭਦਾ ਸੀ, ਤਾਂ ਵੇਖੋ ਮੇਰੇ ਸਾਹਮਣੇ ਖਲੋਤਾ ਸੀ। ਇਹਦੇ ਵਿੱਚ ਇੱਕ ਆਇਤ ਲਿਖੀ ਹੈ, ਸ਼ਾਇਦ ਪੌਲ ਤੂੰ ਉਹ ਪੜ੍ਹੀ ਹੋਵੇ ਹਿੰਦੀ ਦੀ, ਉਹਦੇ ਵਿੱਚ ਉਹ 'ਚ ਲਿਖਿਆ ਕਿ ਮੈਂ ਜਿਹੜਾ ਸੌਰੀ ਇਹਦਾ 7ਵਾਂ ਅਧਿਆਇ ਪੜ੍ਹਦੇ ਹਾਂ, 7ਵਾਂ ਅਧਿਆਇ। ਉਹਦੇ ਵਿੱਚ ਇਦਾਂ ਲਿਖਿਆ ਵੀ ਇਹ ਜਿਹੜਾ ਚੌਥਾ ਸੀ ਨਾ, ਵੀ ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ਸੀਗਾ। ਹਾਂ, ਇਹਦੀ 7 ਦੀ 19 ਆਇਤ ਪੜ੍ਹਦੇ, 7 ਦੀ 19 ਆਇਤ। ਇੱਥੇ ਲਿਖਿਆ, ਤਾਂ ਮੈਂ ਚਾਹਿਆ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ, ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ, ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ ਜੋ ਡਾਢਾ ਡਰਾਉਣਾ ਸੀ, ਜਿਹਦੇ ਦੰਦ ਲੋਹੇ ਦੇ, ਨੌ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ ਟੋਟੇ ਕਰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ, ਅਤੇ 10 ਸਿੰਘਾਂ ਦੀ ਉਹਦੇ ਜੋ ਉਸਦੇ ਸਿਰ ਉਤੇ ਸਨ, ਉਸ ਇੱਕ ਦੀ ਜੋ ਨਿਕਲਿਆ, ਜਿਹਦੇ ਅੱਗੇ 3 ਡਿੱਗ ਪਏ। ਹਾਂ, ਉਸ ਸਿੰਘ ਦੀ ਜਿਹਦੀਆਂ ਅੱਖਾਂ ਸਨ, ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ, ਉਹਦੇ ਸਾਥੀਆਂ ਨਾਲੋਂ ਡਰਾਉਣਾ ਸੀ। ਉਹਨੇ ਕਿਹਾ ਮੈਂ ਚੌਥੇ 'ਚ ਇੰਟਰਸਟਡ ਸੀ, ਚੌਥੇ ਬਾਰੇ ਜਾਣਾ, ਕਿਉਂਕਿ ਉਹ ਲਿਖਿਆ ਕਿ ਉਹ ਪਰਮ ਪਵਿੱਤਰ ਦੇ ਖਿਲਾਫ ਡਾਢੀਆਂ ਗੱਲਾਂ ਬੋਲਦਾ ਸੀ। ਔਰ ਇੱਕ ਜਗ੍ਹਾ ਇਹ ਵੀ ਲਿਖਿਆ ਹੈ, ਇੱਥੋਂ ਤੱਕ ਇਹਦੀ 25 ਆਇਤ ਪੜ੍ਹਦੇ ਹਾਂ, ਉਹ ਆਤਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ, ਆਤਮਹਾਨ ਦੇ ਸੰਤਾਂ ਨੂੰ ਦਿਖਾਵੇਗਾ ਅਤੇ ਚਾਹੇਗਾ ਕਿ ਮੁਕਰਰ ਸਮਿਆਂ ਅਤੇ ਵਿਵਸਥਾ ਨੂੰ ਬਦਲ ਦੇਵੇ। ਇੱਥੋਂ ਤੱਕ ਕਿ ਇੱਕ ਸਮਾਂ ਅਤੇ ਸਮੇਂ ਔਰ ਅੱਧਾ ਸਮਾਂ ਲੰਘ ਜਾਵੇਗਾ। ਇਹ ਚੌਥਾ ਇੰਨਾ ਖਤਰਨਾਕ ਆ। ਉਹਨੇ ਕਿਹਾ ਕਿ ਪਹਿਲੇ ਤਾਂ ਮੈਂ ਦੇਖੇ ਇਹਨਾਂ ਨੇ ਰਾਜ ਕੀਤਾ, ਇੱਕ ਦੂਸਰੇ ਦੇ ਉੱਤੇ ਰਾਜ ਕੀਤਾ, ਇੱਕ ਦੂਸਰੇ ਨੂੰ ਲਤਾੜ ਦਿੱਤਾ। ਉਹਨੇ ਕਿਹਾ ਕੋਈ ਗੱਲ ਨਹੀਂ, ਇਹ ਰਾਜਨੀਤੀਆਂ 'ਚ ਚੱਲਦਾ ਹੈ, ਇਹ ਰਾਜਿਆਂ 'ਚ ਚੱਲਦਾ ਆ, ਪਰ ਇਹ ਚੌਥਾ ਬੜਾ ਖਤਰਨਾਕ ਆ। ਇਹ ਇੱਥੋਂ ਤੱਕ ਕਿ ਇਹ ਵਿਵਸਥਾ ਵੀ ਬਦਲ ਦਿੰਦਾ ਹੈ, ਇਹ ਵਿਵਸਥਾ ਵੀ ਬਦਲ ਦੇਵੇਗਾ। ਔਰ ਤੁਹਾਨੂੰ ਪਤਾ ਕਿ ਇਹ ਵਿਵਸਥਾ ਬਦਲ ਜਾ ਰਹੀ ਹੈ, ਇਹ ਵਿਵਸਥਾ ਬਦਲ ਜਾ ਰਹੀ ਹੈ। ਔਰ ਉਹਨੇ ਕਿਹਾ ਕਿ ਇਹ ਕੌਣ ਹੈ ਜਿਹੜਾ ਵਿਵਸਥਾ ਵੀ ਬਦਲ ਦਿੰਦਾ ਹੈ? ਇਹ ਕਿਹੜਾ ਜਿਹੜਾ ਆਤਮਹਾਨ ਦੇ ਵਿਰੁੱਧ ਵੱਡੇ ਵੱਡੀਆਂ ਜਿਹੜੀਆਂ ਹੰਕਾਰ ਦੀਆਂ ਗੱਲਾਂ ਕਰਦਾ ਹੈ ਔਰ ਉਹਦੇ ਸੰਤਾਂ ਨੂੰ ਦਿਖਾਉਂਦਾ ਹੈ? ਇਹ ਦਾਨੀਏਲ ਕਿਹੜਾ ਹੈ? ਇਹ ਦਾਨੀਏਲ ਉਹਦੇ ਸਮੇਂ 'ਚ ਨਹੀਂ ਸੀ ਰਹਿ ਰਿਹਾ। ਦਾਨੀਏਲ ਨੇ ਪਹਿਲੇ 2 ਰਾਜ ਦੇਖੇ ਨੇ, ਇੱਕ ਬੈਲਸ਼ੱਸਰ ਦਾ, ਇੱਕ ਮਾਦੀ ਫਾਰਸੀਆਂ ਦਾ, ਤੀਸਰਾ ਨਹੀਂ ਉਹਨੇ ਦੇਖਿਆ, ਨਾ ਉਹਨੇ ਚੌਥਾ ਦੇਖਿਆ। ਪਰ ਉਹ ਚੌਥੇ 'ਚ ਇੰਟਰਸਟਡ ਕਿਉਂ ਆ? ਕਿਉਂਕਿ ਉਹ ਦਾਨੀਏਲ ਉਹਨਾਂ ਲੋਕਾਂ ਦੀ ਤਸਵੀਰ ਆ ਜਿਹੜੇ ਚੌਥੇ ਦੇ ਸਮੇਂ 'ਚ ਰਹਿ ਰਹੇ। ਔਰ ਤੁਸੀਂ ਮੰਨੋ ਕਿ ਇਹ ਜਿਹੜਾ ਚੌਥਾ ਰਾਜ ਆ, ਇਹਦਾ ਸ਼ਾਸਨ ਕਾਲ ਇੰਨਾ ਤਗੜਾ ਆ, ਇੰਨਾ ਲੰਮਾ ਆ, ਜਿੰਨਾ ਹੋਰ ਕਿਸੇ ਦਾ ਨਹੀਂ ਹੈਗਾ, ਉਹਨਾਂ ਹੋਰ ਕਿਸੇ ਦਾ ਨਹੀਂ ਹੈਗਾ। ਜਿਹੜਾ ਨਵਾਂ ਨਿਯਮ ਹੈ, ਇਹ ਨਵਾਂ ਨਿਯਮ ਸਾਰੇ ਦਾ ਸਾਰਾ ਹੀ ਇਸ ਚੌਥੇ ਦੇ ਅਧੀਨ ਗਿਆ ਹੈ। ਜਦੋਂ ਯਿਸੂ ਮਸੀਹ ਪੈਦਾ ਹੋਇਆ, ਉਹ ਇਸ ਚੌਥੇ ਦੇ ਅਧੀਨ ਪੈਦਾ ਹੋਇਆ। ਜਦੋਂ ਯਿਸੂ ਮਸੀਹ ਮਾਰਿਆ ਗਿਆ, ਚੌਥੇ ਦੇ ਅਧੀਨ ਮਾਰਿਆ ਗਿਆ।
ਜਦੋਂ ਸਾਰੇ ਸੰਤ ਮਾਰੇ ਗਏ, ਚੌਥੇ ਦੇ ਅਧੀਨ ਮਾਰੇ ਗਏ। ਜਦੋਂ ਇਹ ਸਾਰੀ ਵਿਵਸਥਾ ਬਦਲੀ, ਵਿਵਸਥਾ ਕਦੋਂ ਬਦਲੀ ਤੁਹਾਨੂੰ ਪਤਾ? ਵਿਵਸਥਾ ਬਦਲੀ 325 ਈਸਵੀ ਦੇ ਅੰਦਰ, ਕੰਸਟੈਂਟਾਈਨ ਦੇ ਸਮੇਂ 'ਚ। ਔਰ ਕੰਸਟੈਂਟਾਈਨ ਜਿਹੜਾ ਕਿ ਕਦੀ ਯੁੱਧ ਨਹੀਂ ਸੀ ਜਿੱਤਿਆ, ਉਹਨੇ ਇਦਾਂ ਜਾਂਦਿਆਂ ਇੱਕ ਦਿਨ ਇੱਕ ਦਰਸ਼ਨ ਦੇਖਿਆ, ਉਹਨੇ ਸਲੀਬ ਦੇਖੀ ਔਰ ਉਹਨੇ ਆਪਣੇ ਸਾਰੇ ਰਾਜ ਦੇ ਉੱਤੇ ਕੀ ਕੀਤਾ, ਉਹਨੇ ਕਿਹਾ ਸਾਰੀਆਂ ਸਲੀਬਾਂ ਬਣਾ ਦਿਓ, ਹੈ ਨਾ। ਔਰ ਉਸ ਤੋਂ ਬਾਅਦ ਜਦੋਂ ਉਹ ਜਿੱਤ ਗਿਆ, ਉਹ ਜਿੱਤ ਗਿਆ ਔਰ ਉਹਨੇ ਕਿਹਾ ਕਿ ਮੈਂ ਤੁਹਾਡਾ ਸਮਰਾਟ ਹਾਂ, ਮੈਂ ਤੁਹਾਡਾ ਸਮਰਾਟ ਹਾਂ, ਮੈਨੂੰ ਖੁਦਾ ਨੇ ਜਿੱਤ ਬਖਸ਼ੀ ਆ। ਔਰ ਫਿਰ ਉਹ ਕਹਿਣ ਲੱਗ ਗਿਆ ਕਿ ਬਈ ਜਦੋਂ ਉਹਨੇ ਕਿਸੇ ਬੰਦੇ ਨੂੰ ਸਜ਼ਾ ਦਿੱਤੀ, ਮੌਤ ਦੀ ਸਜ਼ਾ, ਤੇ ਉਹ ਕਹਿੰਦਾ ਜੀ ਮੈਨੂੰ ਮਾਫ ਕਰ ਦਿਓ, ਹਿਸਟਰੀ 'ਚ ਹੈ ਸਾਰਾ ਕੁਝ। ਉਹ ਬੰਦਾ ਪਤਾ ਕੀ ਕਹਿੰਦਾ? ਕੰਸਟੈਂਟਾਈਨ ਕਹਿੰਦਾ ਗੋਡਿਆਂ ਤੇ ਹੋ, ਪਹਿਲੇ ਪਹਿਲੇ ਘੁਟਨਿਆਂ ਤੇ ਆ, ਮੇਥੋਂ ਮਾਫੀ ਮੰਗ, ਫਿਰ ਮੈਂ ਤੈਨੂੰ ਮਾਫ ਕਰੂੰਗਾ। ਕਿਉਂ? ਉਹਨੇ ਕਿਹਾ ਕਿ ਮੈਂ ਸਿਰਫ ਤੁਹਾਡਾ ਉਹਦਾ ਸਮਰਾਟ ਨਹੀਂਗਾ, ਤੁਹਾਡੇ ਪ੍ਰਾਣਾਂ ਦਾ ਵੀ ਸਮਰਾਟ ਹੈ। ਲੈ ਭੈਣਾ ਕਹਿਣ ਡਿਆ ਆਮੀਨ। ਭੈਣੋ ਕੰਸਟੈਂਟਾਈਨ ਨੇ ਕਿਹਾ, ਜਿਹੜਾ ਕਿ ਚੌਥੇ ਦਾ ਹਿੱਸਾ ਆ, ਯਿਸੂ ਮਸੀਹ ਨੇ ਨਹੀਂ ਕਿਹਾ। ਭੈਣਾ ਕਹਿਣ ਡਈ ਆਮੀਨ। ਪਰ ਖਤਰਨਾਕ ਗੱਲ ਹੈ, ਇਹ ਵਿਵਸਥਾ ਬਦਲਣੀ ਸ਼ੁਰੂ ਹੋਈ ਆ। ਔਰ ਤੁਸੀਂ ਦੇਖੋ ਕਿ 7 ਕਲੀਸਿਆਈ ਕਾਲ ਜਿਹੜੇ ਲੰਘੇ ਨੇ, ਉਹ ਇਸ ਚੌਥੇ ਦੇ ਰਾਜ ਚ ਲੰਘੇ ਨੇ, ਚੌਥੇ ਦੇ ਰਾਜ ਚ ਲੰਘੇ ਨੇ। ਰੈਪਚਰ ਹੋ ਜਾਣਾ, ਉਸ ਤੋਂ ਬਾਅਦ ਵੀ ਇਹ ਧਰਤੀ ਚੌਥੇ ਦੇ ਅਧੀਨ ਨਹੀਂ ਹੋਵੇਗੀ। ਇਹ ਕਿੰਨਾ ਕੁ ਖਤਰਨਾਕ ਹੈ। ਉਸ ਤੋਂ ਬਾਅਦ ਇਹ ਜਿਹੜਾ ਇਸਰਾਏਲ ਦੇ ਨਾਲ ਜਿਹੜਾ ਯੁੱਧ ਕਰਦਾ ਹੈ, ਜਿਹੜਾ ਅੱਧੇ ਸਾਤੇ ਲਈ ਨੇਮ ਬੰਦਾ ਹੈ, ਔਰ ਲਿਖਿਆ ਅੱਧੇ ਸਾਤੇ ਦੇ ਵਿਚਕਾਰ ਉਹ ਨੇਮ ਤੋੜ ਦੇਗਾ ਔਰ ਵਿਵਸਥਾ ਨੂੰ ਬਦਲਣ ਦਾ ਯਤਨ ਕਰੇਗਾ। ਕਹਿੰਦਾ ਪਾਗਲ ਹੋ, ਐਵੇਂ ਚੜਾਈ ਜਾਂਦੇ ਹੋ ਇੱਥੇ ਬਲੀਆਂ, ਅਸਲੀ ਆ ਖਲੋਤਾ ਤੁਹਾਡੇ ਸਾਹਮਣੇ। ਇਦਾਂ ਕਹੇਗਾ ਮੈਂ ਹੀ ਸਭ ਕੁਝ ਹਾਂ, ਮੈਂ ਜਿਹੜਾ ਟ੍ਰਿਪਲ ਕਰਾਊਨ ਪਾਇਆ ਵਾ, ਤਿੰਨਾਂ ਨੁਕਰਾਂ ਵਾਲਾ, ਕਾਹਦੇ ਲਈ ਪਾਇਆ ਹੈ? ਸਵਰਗ ਮੇਰਾ, ਧਰਤੀ ਮੇਰੀ, ਪ੍ਰਾਣ ਮੇਰੇ, ਸਾਰਾ ਕੁਝ ਮੇਰੇ ਅੰਡਰ ਹੀ ਹੈ। ਇਹ ਇੰਨਾ ਖਤਰਨਾਕ ਹੈ। ਪਰ ਧਿਆਨ ਕਰਿਓ, ਦਾਨੀਏਲ ਕਹਿੰਦਾ ਕਿ ਉਹ ਜਿਹੜਾ 8ਵਾਂ ਜਿਹੜਾ 10 ਸਿੰਘ, 10 ਉਹ ਲਿਖਿਆ ਜਿਹੜੇ 10 ਸਿੰਘ ਆ, 10 ਸਿੰਘ ਜਿਹੜੇ ਉਹਨੇ ਦੇਖੇ, ਤੇ ਉਹ ਕਹਿੰਦਾ ਵੀ ਉਹਨਾਂ ਦੇ ਵਿੱਚੋਂ ਉਹ ਕੀ ਕਰਦਾ ਵੀ ਉਹ ਤਿੰਨਾਂ ਨੂੰ ਪੁੱਟ ਦਿੰਦਾ ਹੈ, ਤਿੰਨਾਂ ਸਿੰਘਾਂ ਨੂੰ ਪੁੱਟ ਦਿੰਦਾ। ਔਰ ਇਹ ਜਿੰਨੇ ਵੀ ਸਿੰਘ ਨੇ ਸਾਰੇ ਰਾਜ ਨੇ, ਇਹ ਸਾਰੇ ਦੇਸ਼ ਨੇ। ਇਹਨਾਂ ਵਿੱਚੋਂ ਕਈ ਦੇਸ਼ ਨੇ ਜਿਹੜੇ ਉਹਨੇ ਪੁੱਟ ਗਿਆ, ਲਾਂਬੇ ਮਾਰੇ, ਉਹਨਾਂ ਦਾ ਪਤਾ ਹੀ ਕੱਖ ਨਹੀਂ ਹੈਗਾ, ਪਤਾ ਹੀ ਕੱਖ ਨਹੀਂ ਹੈਗਾ। ਤੁਸੀਂ ਕੀ ਸਮਝਦੇ ਹੋ ਕਿ ਜੋ ਇਰਾਨ ਦੇ ਉੱਤੇ, ਇਰਾਕ ਦੇ ਉੱਤੇ ਜਿਹੜਾ ਰਾਜ ਕੀਤਾ, ਕਿਹਨੇ ਹਮਲਾ ਕੀਤਾ? ਲੋਕ ਕਹਿੰਦੇ ਅਮਰੀਕਾ ਨੇ ਕੀਤਾ। ਨਹੀਂ ਜੀ ਨਹੀਂ, ਅਮਰੀਕਾ ਤੇ ਇਸਤੇਮਾਲ ਹੋ ਰਿਹਾ, ਉਹਦੇ ਪਿੱਛੇ ਕੌਣ ਹੈ? ਉਹ ਪ੍ਰਗਟ ਨਹੀਂ ਹੋਇਆ। ਇਹੋ ਹੀ ਲਿਖਿਆ ਕਿ ਉਹ ਪ੍ਰਗਟ ਨਹੀਂ ਹੋਇਆ, ਉਹ ਪ੍ਰਗਟ ਹੁੰਦਾ ਹੀ ਨਹੀਂ। ਕਿਉਂਕਿ ਥਸਲਨੀਕੀਆਂ ਦੀ ਕਿਤਾਬ ਕੀ ਕਹਿੰਦੀ ਹੈ ਕਿ ਉਹ ਅਜੇ ਪ੍ਰਗਟ ਨਹੀਂ ਹੋਇਆ, ਕਿਉਂਕਿ ਅਜੇ ਕੋਈ ਡੱਕਣ ਵਾਲਾ ਹੈ। और डकण वाला कौन है? डकण वाला है पवित्र आत्मा, कि वो अजे खुल के अपना काम ना करे, तद तक ना करे जब तक इस धरती के उत्ते दुल्हन है। आमीन। और जो दुल्हन उठाई जाती है, फिर वो खुल के प्रगट होगा, फिर वो दसेगा कि मैं ही सा मैं ही सा बपतिस्मे बिगाड़न वाला, मैं ही सा कहने वाला भी रोटी जो मर्जी ली जो, कोई चक्कर ही नहीं है। साडे एक भैन आई तो वो कहता, ਉਹਦਾ पति कहता बई मैं क्या भाई जी भी किदां तुहाडा हाल चाल, भी तुहाडा खाना पीना किदां दा? कहता भी भाई तम्बाकू भी खा लेते हैं, सारा कुछ ही खा लेते हैं। मैं क्या ये किदां दी मसीहत है? भी कहता साडे पास्टर ने सिखाया भी खाण पीना कुछ नहीं हुंदा, जो मर्जी खाई चलो। कहता जो कुछ अंदरों निकलता उहदे नाल भ्रिष्ट हुंदा बंदा। मतलब सारियां गल्लां कित्थों आईयां? कौन पा रहा है अंदर? पास्टरां दे अंदर ये गल्लां कौन पा रहा? की खुदा पा रहा? दुष्ट आत्मा पा रहा। और यही सारा कुछ जिहड़ा है ये मतलब सिखाया जा रहा है। मेरे कहने का मतलब की है?
कि जे अज असी तैयारी कर रहे हैं तो दानियल नूं इन्ना जरूरी सीगा, और दानियल जानना चाहता सी चौथे बारे जिहड़ा कि ओहदा समा है भी नहीं सी। मेरे भराओ असी चौथे दे समय च रह रहे हैं, असी चौथे दे समय च रह रहे हैं। ये बड़ा गंभीर समा है, ये सिर्फ मतलब माड़ी मोटी दुआ करके काम करने वाला समा नहीं गा। ये दानियल वर्गी दुआ च आउणा पैना है। आमीन। ये दानियल, तुहानूं पता दानियल ने दुआ भी बहुत की ते फास्ट भी बहुत किया, यानी रोजे भी बहुत रखे और पढ़िया भी बहुत ज्यादा। आमीन। उन्हें पढ़िया भी बहुत ज्यादा और उन्हें सारे काम जिहड़े ने वो इसलिए कीते ताकि वो जाने। आमीन। क्योंकि वो योजना जानना चाहता सी कि उस चौथे दरिंदे की योजना है की है, और वो योजना सारी इह च लिखी। आमीन। इस करके भराओ 7 कलीसिया काल, दानियल दे 70 साते और मोहरां दी किताब जे किसी ने नहीं पढ़िया, जे किसी को नहीं है तो मैं कहूँगा भराओ अज लैके जाओ तू, क्योंकि तुहाडा जीवन इहदे नाल जुड़िया है, तुहाडा जीवन इहदे नाल जुड़िया है। आमीन। और ये तुहानूं दसेगी, क्योंकि सारे भेद किने खोले गए? 7वें दूत दे राही खोले गए, और 7वें दूत नूं भेद दिता गया कि वो इन्हां सारियां चीज़ां दा खुलासा करे। आमीन। और ये दानियल देखो किस तरह दियां ये कहानियां ने। वो कहता मैं जो उन्होंने देखा, दानियल ने कहा मैं बीमार हो गया, मेरे चो साह सत मुक गया। ये गल्लां असी सीरीयसली इसलिए नहीं लै रहे क्योंकि असी सिर्फ इनू कथा कहानियां समझ रहे हैं, असी सिर्फ एवं ही समझ रहे, पर असी चुप हैं। जिहड़ा चौथा है वह चुप नहीं गा, वो बड़ा कुछ कर रहा पर्दे के पिछे, बहुत कुछ कर रहा, बड़ा कुछ कर रहा। इत्थों तक कि जो कुछ तुसीं हालात बनते देख रहे हो, ये सारे दे सारे उस दिशा च काम कर रहे, उस दिशा च काम चल रहे सारे। तुहानूं पता नहीं लगना किद्दां किद्दां। और ओहदा मतलब की है, वो की करदा आ, ओहदा मतलब यह कि सारी दुनिया अपने कब्जे च लैनी। वो की करदा, वो कब्जे च लैंदा है। जदों उन्हें फारस नूं, जदों उन्हें तीसरे नूं जित्तिया, उन्हें की कीता? उन्हें कब्जे च लई, और हौली हौली उहदे बारे भविष्यवाणी आ भी वो सारी दुनिया नूं इदां करके कब्जे च लेगा। वो खतरनाक आ। मैं बार बार इन्हां चीज़ां ते क्यों जोर दे रहा हाँ कि बई वो खतरनाक आ, क्योंकि नबी ने इदां ही कहा। आमीन। मेरे भराओ, हो सकता मैं जो गल्लां कीतियां बहुतियां ना समझ आईयां होण, हो सकता है पहला वो मूर्ति की जिहड़ी मैं गल कीती है, हो सकता ना समझ आई होए, पर मैं तुहाडे अगे एक भाई होने दे नाते बेनती करना चाहुंदा हाँ कि तुसीं बहुत ज़्यादा सीरीयस हो, बहुत ज़्यादा दुआ करो, बहुत ज़्यादा मैसेज पढ़ो। और ये मैसेज मोहरां दा किताब, किसी होर किताब उत्ते ये नहीं लिखा जो शब्द इहदे उत्ते लिखे गए। इहदे ते शब्द की लिखे गए हैं? की शब्द लिखा है? इहदे एक जगह ते लिखा है ये पुस्तक मसीह दी दुल्हन नूं समर्पित है। जे ये मसीह दी दुल्हन नूं समर्पित आ ते समर्पित करन वाला भाई ब्रैनम नहीं गा, समर्पित करन वाला दुल्हा है। आमीन। क्योंकि ये किताब दुल्हे दे वल्लों प्रगट की गई है। आमीन। ये किताब दुल्हे दे वल्लों दी गई है और दुल्हन नूं एक गिफ्ट दिता गया है। और दुल्हन की कर रही है? दुल्हन ने इनू पता नहीं कितने रखा, बस नाम लिख रहा उत्ते बशीरा, बाद च पता ही किताब किथे जो खुदा ने गिफ्ट दिता किथे गया। आमीन। मेरे भराओ, ये अंदर वो सारा ही लिबास है, ये अंदर वो सारे ही वो जेवरात है। आमीन। ये विच वो सारियां चीज़ां ने, ये मानो वो सारा कुछ दुल्हन दा समान है जेड़ा एलीअज़र। आमीन। जेड़ा एलीअज़र 10 दूतां 10 अपने नाल ऊंठां दे उत्ते जेड़ा रिबका वास्ते लैके गया।
आमीन। और रिबका ने ओहो ही पाया, रिबका ने ओहो ही पाया और ओहो ही पा के किथे गई हो? इसहाक दे कोल गई। आमीन। ताड़ा लिबास मोहरा अंदर है। आमीन। ताड़ा श्रृंगार मोहरा दे अंदर है, मोहरा दे प्रगटावे दे अंदर है। साडा श्रृंगार की है? साडा श्रृंगार मसीह है। आमीन। और मसीह ही दुल्हन दे अंदर, इस मोहरा दे अंदर प्रगट किया गया है। बाइबल च की लिखा है? जिन्नियां ने मसीह दा बपतिस्मा लिया, मसीह नू पहन लिया। आमीन। मसीह नू किद्दां पहन लिया? कि पानी दा बपतिस्मा लैके नहीं, मसीह दा वचन पहन के, मसीह नू पहन के। आमीन। तानू पता जे दुल्हन मसीह दे विचों निकली है, आमीन, ते जदों ओ मसीह नू पहन लैंदी है, फिर दुल्हन किथे जांदी? ओ दोबारा फिर मसीह दे अंदर ही चली जाती है। आमीन। ओ फिर मसीह दे अंदर ही चली जाती है। फिर पौलुस कहता है, हुण मैं नहीं, मसीह मेरे अंदर जींदा है। आमीन। हुण मैनू नहीं तुसीं देख रहे, हुण तुसीं मसीह नू देख रहे हो। कि भाई ब्रैनम नू इदां नहीं लोकां ने कहा, ब्रदर जी तुसीं कह दो ना तुसीं मसीह ही हो। उन्हें कहा मैं मसीह नहीं है, पर ओदा जीवन इन्ना क ज्यादा मसीह दे अंदर रम चुका सीगा। ओदा अपना आप सारा कुछ खत्म हो चुका सी। ओदे अपने विचार खत्म हो चुके सन, ओदियां अपनियां योजनावां खत्म हो चुकियां सन। आमीन। ये मोहरां दा प्रचार असीं जानते हैं कि यह भाई ब्रैनम ने नहीं किया। मोहरां दा प्रचार खुद मसीह ने किया। आमीन। और मसीह ने इसलिए किया है ताकि ओदी दुल्हन इस मसीह नू देखे, इस मसीह नू पढ़े और मसीह दे बारे जाने, ओदे नाल एक एकता चाहे। आमीन। बाइबल च लिखा कि उन्हें एलिया नू घल्लिया ताकि वह बालकां दे दिल पेमां वाल मोड़े। आमीन। नबी कहंदा कि मोहरां दे प्रगट होण तो बिना दुल्हन रसूलां दी कलीसिया वाल नहीं मुड़ सकती। सारा इस धरती तो चली गई, सारा इस धरती तो चली गई और एलीअजर रिबका नू लेके जाता है और किदे नाल मिला दिंदा है? इसहाक नाल मिला दिंदा है। बाइबल च लिखिया इसहाक ओनू सारा दे तंबू विच लेके गया। आमीन। ये सारा कौन है? ये सारा ओ है जो पहला कदी इस धरती ते सी। और ये कौन सी? ये ही साडे रसूल पिता। आमीन। जो कि इस धरती तो जा चुके सी। अज मसीह सानू फिर ओ सारा दे तंबू च लैके जाएगा। आमीन। ओहो ही दुआ ते लैके जाएगा, ओहो ही फास्टिंग च लैके जाएगा, ओहो ही तरह की जिंदगी के अंदर विच लैके जाएगा, ओहो ही चर्च ऑर्डर च लैके जाएगा। आमीन। चर्च ऑर्डर च लैके जाएगा। ये मसीह इसलिए आया है, ये नबी इसलिए आया है। लिखा एलिया आएगा तो सबों कुछ बहाल करेगा। आमीन। और एलिया लिखा कि पेवां दे दिल बालकां वल ते बालकां दे दिल पेवां वल मोड़ेगा। आमीन। असल दे विच ए एलिया दे रूप दे विच, एलिया दे आत्मा दे अंदर रूप च ए मसीह खुद है। ये मसीह खुद है जेड़ा सानू उस रसूलां दे उस पैटर्न ते लैके जावेगा। आमीन। और रसूलां दा पैटर्न की है? रसूलां दा पैटर्न ये नहीं है कि जिहदे दो विआह होए आ ओनू कर दो मसा। रसूलां दी सिक्ख्या च लिखिआ किते? कोई दसे मैनू लिखिआ किते? किते नहीं लिखिआ। जिहदा तलाक हो गया ओनू बना दो सेवक हैं। और जिहड़ा कित्यों मसा नहीं होया वह भी कह रहा मैं एंटा मैसेज दा सेवक जे। मैं क्या भाई जी मसा किन्ने कीता? कहंदे मसा नू की लेना, काम हो रहा। मैं क्या ठीक है, बिल्कुल सही है। मैं क्या ये ताड़ी, मैं क्या ताड़ा काम जिहड़ा है वो ओदे नाल मिलदा नहीं, बाइबल नाल नहीं मिलदा, रसूलां नाल नहीं मिलदा। रसूलां नाल मिलना चाहिए। मिलना इसलिए चाहिए है क्योंकि नबी ने साडे दिल, इत्थे मैं एक गल होर छोटी जी करना चाहुंदा है। अज बहुत सारियां सेवकाइयां दिमाग ना हो रही हैं।
दिमाग ना हो रही। पर बाइबल च लिखिया ताकि वह बालकां दे मन, माइंड नहीं मन, तो लिखिया दिल सब तो पुज के खराब है, इनू कौन जान सकता है। इस करके उन्हें सब तो जिहड़ी खतरनाक चीज है, सब तो खतरनाक चीज जिहड़ी है, पता भाई ब्रैनम जो मैसेज पढ़ता तुसीं देखियो कि वह भैणां दे खिलाफ बोलदा, उन्हां दे पहराविਆਂ दे विरुद्ध बोलदा, वह भाइयों के गलत कामां दे विरुद्ध बोलदा, वह तमाम उन्हां चीज़ां दे विरुद्ध, वो उन्हां दे विरुद्ध नहीं गा, असल दे विच वो उन्हां दिलां दे विच पाईयां जाण वालियां उन्हां तमाम चीज़ां दे विरुद्ध है, क्योंकि उन्होंने पता है कि ये दिल मोड़े जाने उधर। आमीन। इस करके दिल दे उत्ते प्रहार करना ज़्यादा जरूरी है। आमीन। इस करके वो बाइबल च ये लिखिया कि बई जो पतरस ने प्रचार किया उन्होंने दिमाग छिद गए, इदा लिखिया, उत्थे लिखिया उन्होंने हिरदे छिद गए। आमीन। जेकर उदों हिरदे छिदे तो जरूरी है कि अज का मैसेज भी हिरदे छिदे। आमीन। क्योंकि पवित्र आत्मा वही करेगा जो उन्हें पेंतेकुस्त के दिन किया। आमीन। और वो आज वो लॉलीपॉप नहीं देगा। आओ बेटा आओ 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 भाजी आजो आजो आजो, तुसी भाजी सेवक हो, अच्छा अच्छा तुहाडे बारे सुनिया भी तुहाडे 2 वाए ब्याह होया, कोई गल नहीं पाए, प्रभु सब माफ कर दिंदा, वो बख्शनहार है। नहीं वो बख्शनहार नहीं, वो टंगदा भी है। हाँ वो कला बख्शनहार नहीं गा, वो कोड़रे भी मारदा है, वो फैंटा भी लाउंदा चंगी तरह है। जे कोई प्यार ना समझे जे तां भी नहीं, तो उन्होंने अपना झुंड जिहड़ा है वो साफ करना चंगी तरह आउंदा। आमीन। क्योंकि खुदा अपना झुंड जिहड़ा है वो चंगी तरह साफ करना जानता है। आमीन। उन्होंने पता है मैं इन्हां भेडां वास्ते मैं अपनी जान दी है। आमीन। मैं इन्हां वास्ते अपनी जान दी है, मैं इन्हां अपने लहू नाल खरीदया है। आमीन। जो भी कोई इन्हां दे विरुद्ध चलता है, जो भी कोई इन्हां दूषित करने की कोशिश करेगा, खुदा उदा बहुत तगड़ा नोटिस लेंदा है। बाइबल च लिखा जे तुसी आत्मा दे द्वारा चलो तो शरीर के विषयां नूं कदी पूरा नहीं करोगे। प्रभु साढ़े ते कृपा करे कि असीं अपने समय नूं, असीं उस जगह ते गए रमदास, उथे वर्स लगी सी समय नूं लाभदायक जानो क्यों जो दिन बुरे हैं। ये दिन बुरे क्यों ने? क्योंकि असीं एक बुरे दे दिन च रह रहे हैं, जिहड़ा सब तो बुरा है ना, जिहड़ा चौथा है वो बहुत खतरनाक है। पर डरियो ना, वो साडे वास्ते बुरा नहीं गा सानू, क्योंकि बाइबल च लिखा जिहड़ा जगत विच है ओहदे नालों वड्डा वो है जिहड़ा साडे अंदर है। आमीन। आमीन। सो जेकर वो साडे अंदर है फिर वो साडी ठीक दिशा च अगवाई करेगा। आमीन। मेरी प्रार्थना है कि प्रभु तुहाडी सारिਆਂ ਦੀ इन्नी गवाही करे जो तुहानू इन्हां लिखतां वाल बार बार लैके जावे, जो तुहानू घुटनियां ते लैके जावे। और तुसी दानियल की किताब पढ़ो तो तुसी कह सको प्रभु ये मैं भी कीता है, मैं भी दानियल वांगू अज घुटनियां ते बैठा हूं। प्रभु अज मैं दानियल वांगू मैं भी घुटनियां ते हैं, दानियल वांगू मैं भी उस चौथे का भेद जानने की कोशिश कर रहा हूं। अज मैं भी उस महान घटना नूं जिहड़ी दानियल दे अगे पूरी तरह प्रगट हो गई, प्रभु मैं भी अपनी अखां नाल देखना चाहता है, मैं भी उस भेत नूं पूरी तरह जानना चाहता, मैं भी उस यूहन्ना वांगू जिहड़ा पाथमस दे टापू सीगा ओहदे वांगू मैं भी तेरी उस सारी चीज़ नूं देखना चाहता। और प्रभु चाहता है कि साडे उत्ते इन्हां चीज़ां नूं प्रगट करे, क्योंकि पेंतीकुस्त दा मैसेज इहो ही है। पेंतीकुस्त दा मैसेज की जो पतरस ने दिता, उन्हें कहा अंत दे दिनां विच मैं अपना आत्मा सारे शरीर उत्ते बहा देंगा। आमीन। वो लिखा है कि तुहाडे जवान दर्शन देखणगे, तुहाडे जवान दर्शन देखणगे, तुहाडे बुजुर्ग स्वप्न देखणगे। आमीन। और पौलुस की कहता है प्रेम दे पिछे चलो ते आत्मिक वरदाना की लोच करो।
ਸਭ ਤੋਂ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰ ਸਕੋ। ਕਿਹੜੀ ਭਵਿੱਖਬਾਣੀ? ਇਹੋ ਤਾਂ ਦਰਸ਼ਨ ਹੈ, ਇਹੋ ਤਾਂ ਪੈਂਤੇਕੋਸਤ ਦਾ ਮੈਸੇਜ ਹੈ ਕਿ ਅਸੀਂ ਉਸ ਲੈਵਲ ਤੱਕ ਪਹੁੰਚੀਏ ਜਿੱਥੇ ਸਾਡੀਆਂ ਅੱਖਾਂ ਖੁੱਲ ਸਕਣ। ਇਹੋ ਤਾਂ ਲਾਉਦੀਕੀਆ ਦਾ ਮੈਸੇਜ ਹੈ ਕਿ ਮੇਰੇ ਕੋਲ ਸੁਰਮਾ ਲੈ, ਅੱਖਾਂ ਵਿੱਚ ਲਾ, ਤਾਂ ਕਿ ਤੂੰ ਵੇਖਣ ਲੱਗ ਜਾਏ। ਕੀ ਵੇਖਣ ਲੱਗ ਜਾਏ? ਦਰਸ਼ਨ ਵੇਖਣ ਲੱਗ ਜਾਏ। ਪ੍ਰਭੂ ਦੀ ਯੋਜਨਾ ਤੇਰੇ ਅੱਗੇ ਪ੍ਰਗਟ ਹੋ ਜਾਏ। ਪ੍ਰਭੂ ਤੈਨੂੰ ਕੀ ਸਮਝਾਉਣਾ ਚਾਹੁੰਦਾ ਹੈ ਉਹ ਤੈਨੂੰ ਸਮਝ ਆ ਜਾਏ, ਤੈਨੂੰ ਸਾਫ਼-ਸਾਫ਼ ਦਿਖਣ ਲੱਗ ਜਾਏ। ਆਓ ਅਸੀਂ ਪ੍ਰਾਰਥਨਾ ਕਰਦੇ ਹਾਂ। प्यारे मेहरबान प्रभु यीशु मसीह, खुदावन मैं खुद भी जब दानियल दे नाल अपने आप नूं तोलदा हाँ प्रभु, मैं घट निकलदा हाँ। खुदावन जब मैं तेरे नबियां नाल अपने आप नूं तोलदा हाँ प्रभु, मैं घट निकलदा हाँ। खुदावन जब मैं उन्हां दियां प्रार्थना प्रभु यीशु मसीह देखदा हाँ प्रभु, उन्हां दियां प्रभु बिना नागा प्रार्थना प्रभु, बेआरामी दियां प्रार्थनावां खुदावन प्रभु यीशु मसीह, मैं अपने आप नूं घट पाउंदा हाँ। खुदावन और मेरी प्रार्थना है प्रभु, जो संदेश तू अपने नबी के द्वारा साडे लई कलिया है, मेरी प्रार्थना है प्रभु कि असीं इहदा बहुत ही खुदावंद बड़ी भुख प्यास दे नाल प्रभु असीं इहदा मेरे प्रभु यीशु मसीह असीं अध्ययन करिए खुदावंद, और असीं तेरे सामने प्रभु यीशु मसीहा तद तक प्रभु पे रहिए खुदावंद, जद तक खुदावंद प्रभु असीं तैनूं पहन ना लईए खुदावंद, जद तक साडा सारा कुछ तेरे अंदर जज्ब ना हो जाए प्रभु, समा ना जाए खुदावंद प्रभु, और असीं